ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਤਨਾਮ ਕੋ ਬੰਦਨ ਬਾਰੰਬਾਰ, ਬੰਦਨ ਕੰਦਨ ਸੁਖ ਸਦਨ, ਦੁਖ ਮਰਦਨ ਨਿਰਧਾਰ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਤੂੰ ਸਾਹਿਬ ਗੁਣੀ ਨਿਧਾਨਾ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਸਾਹਿਬ ਗੁਣੀ ਨਿਧਾਨਾ, ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਸਾਹਿਬ ਗੁਣੀ ਨਿਧਾਨਾ ਜੀ, ਤੇਰੇ ਕਵਨ ਕਵਨ ਗੁਣ। ਸਾਹਿਬ ਗੁਣੀ ਨਿਧਾਨਾ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਸਾਹਿਬ ਗੁਣੀ ਨਿਧਾਨਾ ਜੀ, ਤੇਰੇ ਕਵਨ ਕਵਨ ਗੁਣ। ਸਾਹਿਬ ਗੁਣੀ ਨਿਧਾਨਾ, ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਉ। ਤੂੰ ਠਾਕੁਰ ਉਚ ਭਗਵਾਨਾ, ਮੈਂ ਹਰ ਹਰ ਨਾਮ ਧਰ ਸੋਈ। ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਧ ਬਿਨ ਅਵਰ ਨ ਕੋਈ ਰਹਾਉ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ। ਜਿਸ ਪੈ ਕਰੋ ਬੇਨੰਤੀ,
मेरा दुख सुख तुझ ही पासे, विचे धरती विचे पानी, विच काष्ट अगन तरीजै। बकरी सिंह इक तैं थाए राखै, मन हर जप भरम भौ दूर कीजै। हर की वड्याई देखो संत हो, हर निमाणिया मान दिवाए। ज्यों धरती चरण तलै ते ऊपर आवे, त्यों नानक साध जना जगतान सब पैरी पाए। तू साहिब गुणी निधाना जी, तेरे कवन कवन गुण कह कह गावां। साहिब गुणी निधाना कवन कवन गुण कह कह गावां। साहिब गुणी निधाना जी, तेरे कवन कवन गुण। तू साहिब गुणी निधाना कवन कवन गुण कह कह गावां। तेरे गुण बहुते मैं एक न जानिया, मैं मूर्ख किछ प्रणवत नानक सुन मेरे साहिबा। डुबदा पत्थर लीजै, परम सत्कारयोग सतगुਰਾਂ ਦੀ ਸਾਜੀ ਨਵਾਜੀ गुरु का खास रूप गुरु खालसा साध संगत जी। दुनिया के धंधियां की ना परवाह करते हुए पिछा छड्ड के मन विच प्रेम ते शरधा लैके दूरों नेड़ियों चल के धन 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 गुरु ग्रंथ साहिब महाराज की पावन पवित्र हजूरी विच पहुँच के काफ़ी समय तो गुरबाणी का हरि जस कीर्तन विचारां आप सरवण करके अपने समय ते सवासां नूं लेखे विच ला रहे हो। जो बाकी समा रह गया है ਉਹਨੂੰ भी आपां सारी संगत ने रल मिल के परमेश्वर दे गुणां नूं गा के ਅਤੇ सुन के अपने समय ਅਤੇ ਸਵਾਸ सफले करने ਹਨ। जितनी संगत गुरु चरनां विच सुशोभित है सारे ही अपनी रसना पवित्र करो जी। गज वज के फतेह बुलाओ। वाहिगुरु जी का खालसा वाहिगुरु जी की फतेह। गुरु रूप गुरु खालसा साध संगत जी, ਜਲਮਾਣਾ ਨਗਰ ਦੀ ਸੰਗਤ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਕੋਈ ਤਕਰੀਬਨ
31-32 ਸਾਲ ਹੋ ਗਏ ਇੱਥੇ ਦੀਵਾਨ ਲੱਗਦਿਆਂ ਨੂੰ। ਪਰਮੇਸ਼ਰ ਦੀ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਬਹੁਤ ਲੰਮਾ ਸਮਾਂ ਹੋ ਗਿਆ ਇਸ ਨਗਰ 'ਚ ਦੀਵਾਨ ਲੱਗਦਿਆਂ। ਐਤਕੀ 5 ਦੀਵਾਨ ਮਿਲੇ ਸਨ ਸੰਗਤ ਨੂੰ। ਅੱਜ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚੌਥਾ ਦੀਵਾਨ ਪ੍ਰਾਰੰਭ ਹੈ। ਭਾਵ ਕਿ ਕੱਲ੍ਹ ਨੂੰ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਕੱਲ੍ਹ ਨੂੰ ਉੱਧਰ ਜਲੰਧਰ ਦੇ ਅੱਗੇ ਕਪੂਰਥਲੇ ਕਰਤਾਰਪੁਰ ਦੇ ਕੋਲ ਪਧਾਸ, ਉੱਥੇ ਹੈ ਸਮਾਗਮ। ਪਰਸੋਂ ਦੀ ਪੂਰਨਮਾਸ਼ੀ ਹੈ। ਫਿਰ 20 ਤਰੀਕ ਨੂੰ ਦੀਵਾਨ ਸ਼ੁਰੂ ਹੋ ਜਾਣਗੇ ਭੜੋ ਨਗਰ, ਤੇ ਭੇਵੇ ਦੇ ਕੋਲ ਮਿਸਤਰੀ ਫਾਰਮ ਹੈ, ਇੱਥੇ ਰਾਤ ਦੇ ਦੀਵਾਨ ਹੋਇਆ ਕਰਨਗੇ। ਸੋ ਸਾਧ ਸੰਗਤ ਜੀ, ਹਰ ਕੰਮ ਦਾ ਕੋਈ ਪ੍ਰਯੋਜਨ ਹੁੰਦਾ ਹੈ, ਕੋਈ ਮਕਸਦ ਹੁੰਦਾ ਹੈ। ਇਹਨਾਂ ਦੀਵਾਨਾਂ ਦਾ ਜੋ ਮਕਸਦ ਹੈ, ਸੰਗਤਾਂ ਨੂੰ ਖੰਡੇ ਵੱਟ ਦਾ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ। ਹੋਰ ਸਟੇਜ ਤੋਂ ਕੋਈ ਕਦੇ ਅਪੀਲ ਨਹੀਂ ਕੀਤੀ ਜਾਂਦੀ ਹੈ। ਆਪਣੇ ਵਿਦੇਸ਼ਾਂ ਵਿੱਚ ਵੀ ਬੜੇ ਸਿੰਘ ਮਿਲਦੇ ਨੇ, ਨਾ ਕਦੇ ਵਿਦੇਸ਼ ਵਿੱਚ ਅਪੀਲ ਕੀਤੀ ਹੈ, ਨਾ ਦੇਸ਼ ਵਿੱਚ। ਬਸ ਇੱਕ ਅਪੀਲ ਕੀਤੀ ਜਾਂਦੀ ਹੈ ਵੀ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਗੁਰੂ ਵਾਲੇ ਬਣੋ। ਹੋਰ ਕੋਈ ਅਪੀਲ ਨਹੀਂ ਕੀਤੀ ਜਾਂਦੀ ਸਟੇਜ ਤੋਂ। ਸਾਧ ਸੰਗਤ ਜੀ, ਜਿਹਨੂੰ ਵੀ ਮਨੁੱਖਾ ਜਨਮ ਮਿਲਿਆ ਹੈ, ਉਹਨੂੰ ਗੁਰੂ ਵਾਲਾ ਬਣਨਾ ਜ਼ਰੂਰੀ ਹੈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਨਗੁਰੇ ਬੰਦੇ ਦਾ ਨਾਂ ਲੈਣਾ ਵੀ ਬੁਰਾ ਹੈ, ਤੇ ਜਿਹਨੂੰ ਗੁਰੂ ਇਹ ਬਚਨ ਕਹੇ ਵੀ ਨਗੁਰੇ ਦਾ ਤਾਂ ਨਾਂ ਲੈਣਾ ਵੀ ਬੁਰਾ ਹੈ, ਫਿਰ ਉਹਨੂੰ ਚੰਗਾ ਕੌਣ ਆਖੇ। ਬਹੁਤ ਜਨਮ ਮਰਦਿਆਂ ਜੰਮਦਿਆਂ ਆਪਣੇ ਬਤੀਤ ਹੋਏ ਨੇ। ਜੰਮਦੇ ਰਹੇ ਹਾਂ, ਮਰਦੇ ਰਹੇ ਹਾਂ ਜੂਨੀਆਂ 'ਚ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਮਹਾਰਾਜ ਕਹਿੰਦੇ ਬਹੁਤ ਜਨਮ ਬੀਤ ਗਏ ਤੈਨੂੰ ਜੰਮਦਿਆਂ ਮਰਦਿਆਂ। ਬੜੇ ਚਿਰ ਤੋਂ ਬਾਅਦ ਤੈਨੂੰ ਇਹ ਮਨੁੱਖਾ ਸਰੀਰ ਹੱਥ ਆਇਆ। ਹੁਣ ਵੀ ਗੁਰੂ ਵਾਲਾ ਨਾ ਬਣਿਆ, ਗੁਰਦੇਵ ਦੇਸ਼ ਦੀ ਕਮਾਈ ਨਾ ਕੀਤੀ, ਨਗੁਰਾ ਮਰ ਗਿਆ। ਉਸੇ 84 ਲੱਖ ਜੂਨੀ 'ਚ ਫੇਰ ਮਰਾਂਗੇ, ਜੰਮਾਂਗੇ, ਜੰਮਾਂਗੇ, ਫੇਰ ਮਰਾਂਗੇ। ਫੇਰ ਕਿਤੇ ਕਲਪ ਯੁੱਗ ਬੀਤ ਜਾਣ ਤੋਂ ਬਾਅਦ ਮਨੁੱਖਾ ਜਨਮ ਮਿਲੇਗਾ। ਫੇਰ ਵੀ ਗੁਰੂ ਵਾਲੇ ਬਣਾਂਗੇ, ਫੇਰ ਭਲਾ ਹੋਏਗਾ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ।
ਜੇ 84 ਲੱਖ ਜੂਨੇ 'ਚ ਫਿਰ ਕਿਤੇ ਮਨੁੱਖਾ ਜਨਮ ਮਿਲ ਗਿਆ, ਮਹਾਰਾਜ ਕਹਿੰਦੇ ਫਿਰ ਵੀ ਗੁਰੂ ਤੋਂ ਬਿਨਾਂ ਮੁਕਤ ਨਹੀਂ ਹੋਣਾ ਹੈ। ਤੇ ਫਿਰ ਹੋਣੀ ਗੁਰੂ ਵਾਲਾ ਬਣ ਜਾਣਾ ਚਾਹੀਦਾ। ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਮੁਕਤ ਪਾਏ ਲਾਗ ਚਰਨੀ। ਫਿਰ ਵੀ ਤੇਰਾ ਭਲਾ ਤਾਂ ਗੁਰੂ ਦੀ ਚਰਨੀ ਲੱਗ ਕੇ ਹੋਣਾ, ਗੁਰੂ ਵਾਲੇ ਬਣ। ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਹ 84 ਲੱਖ ਜੂਨ ਦਾ ਬਾਦਸ਼ਾਹ ਦੇਹੀ ਆਪਾਂ ਨੂੰ ਮਿਲੀ ਹੈ। ਇਹ ਮਾਲਕ ਹੈ, ਇਹ ਸਰਦਾਰ ਹੈ ਜਿਹੜਾ ਮਾਲਕ ਨੂੰ ਕਹਿੰਦੇ ਹੁੰਦੇ ਨੇ। ਆਪਾਂ ਨੂੰ ਸਰਦਾਰ ਤਾਂ ਕਹਿੰਦੇ ਨਾ ਵੀ ਪੱਗ ਬੰਨੀ ਦਾੜਾ ਕੇ ਰੱਖਿਆ ਸਰਦਾਰ। ਸਰਦਾਰ ਦੇ ਅਰਥ ਨੇ ਮਾਲਕ। ਇਸ ਧਰਤੀ ਪਰ ਤੇਰੀ ਸਿਕਦਾਰੀ ਸਰਦਾਰੀ, ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। 184 ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁਖ ਪਾਏ। ਜੇ ਚੁੱਕ ਗਏ ਨਾ ਆਪਾਂ, ਭਾਵ ਕਿ ਨਾ ਲਾਹਾ ਲਿਆ, ਨਾ ਗੁਰੂ ਵਾਲੇ ਬਣੇ, ਨਾ ਉਪਦੇਸ਼ ਦੀ ਕਮਾਈ ਕੀਤੀ, ਬਸ ਫਿਰ ਉਹੀ ਹਾਲ ਹੋਣਾ ਜਿਵੇਂ ਪੌੜੀ ਦੇ ਅਖੀਰਲੇ ਡੰਡੇ ਤੋਂ ਪੈਰ ਤਿਲਕ ਜਾ ਧਰਤੀ ਤੇ ਆ ਡਿੱਗਦਾ। ਫਿਰ ਉੱਥੋਂ ਸ਼ੁਰੂ ਹੋ ਜਾਏਗਾ ਜੰਮਣਾ ਮਰਨਾ, ਮਰਨਾ ਜੰਮਣਾ। ਫਿਰ ਹੋਰ ਕਿਸੇ ਜੂਨੀ 'ਚ ਤੈਨੂੰ ਕਿਸੇ ਨੇ ਨਹੀਂ ਕਹਿਣਾ ਤੂੰ ਗੁਰੂ ਵਾਲਾ ਬਣ ਜਾ। ਕਹਿਣਗੇ ਤਾਂ ਜੇ ਤੂੰ ਗੁਰੂ ਕੋਲ ਆਏਗਾ, ਹੋਰ ਕਿਸੇ ਜੂਨੀ 'ਚ ਗੁਰੂ ਕੋਲ ਆ ਹੀ ਨਹੀਂ ਸਕਦਾ। ਜਿੰਨਾ ਮਰਜ਼ੀ ਕਿਸੇ ਨੇ ਸ਼ੌਂਕ ਨਾਲ ਕੁੱਤਾ ਡੰਗਰ ਘੋੜਾ ਰੱਖਿਆ ਕੋਈ, ਪਰ ਮਰ ਦੀ ਜੂਰੀ 'ਚ ਨਹੀਂ ਵੜ ਸਕਦਾ ਉਹ। ਚਾਹੇ ਤੁਸੀਂ ਉਹਨੂੰ ਆਪਣੇ ਬਰਾਬਰ ਗਦੇਲਿਆਂ ਦੇ ਸਵਾਂਦੇ ਹੋਵੋ, ਪਰ ਮਰ ਦੀ ਜੂਰੀ 'ਚ ਨਹੀਂ ਅੰਦਰ ਆਏਗਾ। ਇੱਕੋ ਹੀ ਜਨਮ ਆ ਸਕਦਾ, ਮਨੁੱਖਾ ਜਨਮ। ਦੇਖ ਲਓ, ਇਹਦੇ ਵਾਸਤੇ ਤਿਆਰੀ ਵੀ ਕੀਤੀ ਹੈ ਲੰਗਰ ਦੀ, ਬਾਕੀ ਸਨੇਹ ਪਹੁੰਚਾਏ ਗਏ ਨੇ, ਪੋਸਟਰ ਛਪਾਏ ਗਏ ਨੇ, ਪਰ ਹੋਰ ਕਿਸੇ ਜੂਨੀ ਨੂੰ ਅੰਦਰ ਵੜਨ ਦਾ ਹੀ ਅਧਿਕਾਰ ਨਹੀਂ ਹੈ। ਬਾਹਰ ਇੱਕ ਨਿਹੰਗ ਸਿੰਘ ਖੜ੍ਹਾ, ਨਾਲੇ ਟ੍ਰੈਫਿਕ ਨੂੰ ਸੰਗਤ ਨੂੰ ਲੰਘਾਉਂਦਾ, ਨਾਲੇ ਪਹਿਰਾ ਦੇ ਰਿਹਾ। ਉਹਨੇ ਅੰਦਰ ਹੀ ਨਹੀਂ ਆਉਣ ਦੇਣਾ, ਉੱਥੇ ਹੀ ਸੋਧਾ ਲਾ ਦੇਣਾ। ਸਿੰਘ ਨਿਹੰਗ ਸਿੰਘ ਸੋਧਾ ਵੀ ਲਾਉਣ ਲੱਗ ਪਏ ਨਾ ਹੁਣ। ਥੋੜ੍ਹਾ ਜਿਹਾ ਲੇਟ ਸ਼ੁਰੂ ਕਰਿਆ, ਪਹਿਲਾਂ ਕਰਨਾ ਚਾਹੀਦਾ ਸੀ ਇਹਨਾਂ ਨੂੰ। ਫਿਰ ਸੋਧਾ ਵੀ ਚੰਗੀ ਤਰ੍ਹਾਂ ਨਹੀਂ ਲਾਉਂਦੇ ਨੇ, ਮੁੜ ਕੇ ਲੋੜ ਹੀ ਨਹੀਂ ਪੈਂਦੀ। ਸੋ ਸਾਧ ਸੰਗਤ ਜੀ, ਆਪਾਂ ਨੂੰ ਅਧਿਕਾਰ ਹੈ। ਜੇ ਆਪਾਂ ਆਪਣੇ ਅਧਿਕਾਰ ਦਾ ਨਾ ਵਰਤੋਂ ਕੀਤੀ, ਨਾ ਲਾਹਾ ਲਿਆ, ਬਸ ਫਿਰ ਕਿਤੇ ਕਲਪ ਯੁੱਗ ਲੰਘਣਗੇ, ਫਿਰ ਅਧਿਕਾਰ ਮਿਲੇਗਾ। ਸਭ ਤੋਂ ਪਹਿਲਾਂ ਗੁਰੂ ਵਾਲੇ ਬਣਨਾ ਚਾਹੀਦਾ, ਨਗੁਰੇ ਨਹੀਂ ਰਹਿਣਾ ਚਾਹੀਦਾ। ਬੱਚੇ ਨੇ ਸਕੂਲ ਦੀ ਵਰਦੀ ਵੀ ਪਾਈ ਹੈ, ਉਹਨੇ ਬੈਗ ਵੀ ਬੜਾ ਮਹਿੰਗਾ ਖਰੀਦਿਆ, ਕਿਤਾਬਾਂ ਵੀ ਵਧੀਆ ਲਈਆਂ ਨੇ, ਸਾਰਾ ਕੁਛ ਉਹਦੇ ਕੋਲ ਵਧੀਆ, ਪਰ ਸਕੂਲ 'ਚ ਨਾਂ ਦਾਖਲ ਨਹੀਂ ਹੈ ਉਹਦਾ। ਕਿਸੇ ਚੀਜ਼ ਦੀ ਵੈਲਿਊ ਫੁੱਟੀ ਗੌਡੀ ਨਹੀਂ ਪਏਗੀ। ਜੇ ਨਾ ਦਾਖਲਾ ਹੋਵੇ, ਫਿਰ ਭਾਵੇਂ ਪਾਟਾ ਬੈਗ ਲਈ ਫਿਰਦਾ, ਪੁਰਾਣੀ ਵਰਦੀ ਪਾ ਕੇ, ਉਹਦੀ ਹਾਜ਼ਰੀ ਲੱਗੇਗੀ। ਜੇ ਗੈਰ ਹਾਜ਼ਰ ਹੋਇਆ, ਫਿਰ ਉਹਦੇ ਘਰ ਸੁਣਿਆ ਜਾਏਗਾ ਵੀ 2 ਦਿਨਾਂ ਤੋਂ ਤੁਹਾਡਾ ਬੱਚਾ ਸਕੂਲ 'ਚ ਨਹੀਂ ਆ ਰਿਹਾ। ਜਿਹਦਾ ਦਾਖਲ ਹੈ ਨਾ, ਉਹਦੀ ਪੈਰਵਾਈ ਹੋਏਗੀ, ਅਤੇ ਜਿਹਦਾ ਨਹੀਂ ਨਾ ਦਾਖਲ, ਸਕੂਲ ਕੋਲ ਫਿਰ ਜਾਏ ਸਾਰੀ ਉਮਰ, ਕੋਈ ਨਹੀਂ ਪੁੱਛਦਾ ਉਹਨੂੰ।
ਜੇ ਗੁਰੂ ਘਰ 'ਚ ਦਾਖਲਾ ਲੈਣਾ ਨਾ ਸਿੱਖੀ ਦੇ ਵਿੱਚ, ਤਾਂ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਹੁਲ ਸਕੇ। ਉਸ ਦਿਨ ਗੁਰੂ ਘਰ 'ਚ ਦਾਖਲਾ ਮਿਲਦਾ ਜਿਸ ਦਿਨ ਸਿੱਖ ਖੰਡੇ ਬੱਟੇ ਦਾ ਅੰਮ੍ਰਿਤ ਛਕਦਾ। ਜੇ ਅੰਮ੍ਰਿਤ ਨਹੀਂ ਛਕਿਆ, ਜੇ ਗੁਰੂ ਵਾਲਾ ਨਹੀਂ ਬਣਿਆ, ਇਹਦਾ ਦਾਖਲਾ ਹੀ ਨਹੀਂ ਗੁਰੂ ਘਰ 'ਚ ਹੋਇਆ। ਬਾਕੀ ਜਿੰਨੇ ਕੰਮ ਕਰ ਰਿਹਾ, ਸੇਵਾ ਕਰਦਾ, ਦਾਨ ਪੁੰਨ ਕਰਦਾ, ਭਜਨ ਪਾਠ ਵੀ ਕੁਛ ਕਰਦਾ, ਪਰ ਹੈ ਨਗੁਰਾ। ਤਾਂ ਇਸ ਤਰ੍ਹਾਂ ਸਮਝੋ ਸਾਰੀ ਧਰਤੀ 'ਤੇ ਜੀਰੋਆਂ 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 ਲਿਖੀ ਜਾਓ, ਫਿਰ ਉਹਦੀ ਵੈਲਿਊ ਪਵਾਓ, ਕੀ ਬਣੇਗੀ? ਜ਼ੀਰੋ। ਅਤੇ ਜੇ ਅੱਗੇ ਏਕਾ ਲਿਖ ਦਈਏ, ਫਿਰ ਜਿੰਨੀਆਂ ਜੀਰੋਆਂ ਲਿਖੀਏ ਉਨੀ ਵੈਲਿਊ ਵੱਧਦੀ ਜਾਂਦੀ ਹੈ। ਫਿਰ ਜੇ ਇੱਕ ਗੁਰੂ ਵਾਲਾ ਬਣ ਕੇ ਫਿਰ ਚੰਗੇ ਕੰਮ ਕਰਦਾ, ਸੇਵਾ ਕਰਦਾ, ਭਜਨ ਕਰਦਾ, ਦਾਨ ਪੁੰਨ ਕਰਦਾ, ਫਿਰ ਕਿਰਪਾ ਵੱਧਦੀ ਜਾਏਗੀ। ਇਸ ਕਰਕੇ ਸਾਧ ਸੰਗਤ ਜੀ, ਨਗੁਰੇ ਨਹੀਂ ਰਹਿਣਾ ਚਾਹੀਦਾ। ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਆਪਣਾ ਜਨਮ ਸਫਲਾ ਕਰ ਲੈਣਾ ਚਾਹੀਦਾ। ਇੱਕ ਸਿੱਖ ਧਰਮ ਦੇ ਵਿੱਚ ਹੀ ਪ੍ਰਚਾਰ ਕਰਕੇ ਸਿੱਖ ਬਣਾਇਆ ਜਾਂਦਾ, ਬਾਕੀ ਧਰਮਾਂ ਦੀ ਤਾਂ ਰੀਤੀਆਂ ਨੇ। ਮੁਸਲਮਾਨ ਨੂੰ ਪੁੱਛਿਆ ਨਹੀਂ ਜਾਂਦਾ ਤੇਰਾ ਮਨ ਮੰਨਦਾ ਕਿ ਨਹੀਂ। ਜਦੋਂ 6 ਸਾਲ ਦਾ ਹੁੰਦਾ, ਇੱਕ ਰੀਤ ਕਰਦੇ ਨੇ, ਰਿਸ਼ਤੇਦਾਰ ਇਕੱਠੇ ਕਰਦੇ ਨੇ, ਸੰਬੰਧੀ ਇਕੱਠੇ ਕਰਦੇ ਨੇ, ਫਿਰ ਉਹ ਕਾਜ਼ੀ ਆਉਂਦਾ, ਉਹਦੀ ਸੁਨਤ ਕਰ ਦਿੰਦੇ ਨੇ। ਇਸਲਾਮ ਮਤ ਵਿੱਚ ਹਿੰਦੂ ਧਰਮ ਦੇ ਵਿੱਚ ਜਦੋਂ 11 ਸਾਲ ਦਾ ਹੁੰਦਾ ਤਾਂ ਰਿਸ਼ਤੇਦਾਰ ਇਕੱਠੇ ਕਰਕੇ ਫਿਰ ਪੰਡਤ ਆ ਕੇ ਉਹਨੂੰ ਜਨੇਊ ਪਾਉਂਦਾ। ਮਹਾਰਾਜ ਨੇ ਬਾਣੀ 'ਚ ਲਿਖਿਆ ਨਾ, ਜਿਹੜਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ, ਚੌਕੜ ਮੁੱਲ ਅਨਾਇਆ ਬਹਿ ਚੌਕੈ ਪਾਇਆ। ਇਹ ਤਾਂ ਰੀਤ ਕਰਦੇ ਸੀ ਨਾ, ਹੁਣ ਵੀ ਕਰਦੇ ਨੇ। ਉਹ ਪੁੱਛਦੇ ਨਹੀਂ ਤੇਰਾ ਮਨ ਮੰਨਦਾ ਕਿ ਨਹੀਂ ਮੰਨਦਾ। ਉਹ 11 ਸਾਲ ਦਾ ਹੋਏਗਾ, ਉਹਦੇ ਗਲ 'ਚ ਜਨੇਊ ਪਾ ਦੇਣਗੇ। ਸਾਡੇ ਵਾਲੇ ਕਹਿੰਦੇ ਨੇ ਮਨ ਨਹੀਂ ਮੰਨਦਾ ਹੈ, ਵੈਸੇ ਹੈ ਤਾਂ ਆਪਣੇ ਵੀ ਹੈ ਰੀਤ। ਇਹ ਤਾਂ ਜਦੋਂ ਥੋੜ੍ਹੇ ਦਿਨਾਂ ਦਾ ਹੀ ਹੁੰਦਾ ਹੈ ਨਾ, ਉਦੋਂ ਹੀ ਗ੍ਰੰਥੀ ਬਾਬਾ ਜੀ ਆ ਕੇ ਇਹਨੂੰ ਸੰਸਕਾਰ ਅੰਮ੍ਰਿਤ ਦਿੰਦੇ ਨੇ। ਜਪਜੀ ਸਾਹਿਬ ਦਾ ਪਾਠ ਕਰਕੇ ਛੋਟੇ ਬਾਟੇ ਵਿੱਚ 5 ਪਤਾਸੇ ਪਾ ਕੇ ਥੋੜ੍ਹਾ ਜਲ, ਜਪਜੀ ਸਾਹਿਬ ਦਾ ਪਾਠ ਕਰਦੇ ਨੇ। 5 ਪੌੜੀਆਂ ਆਨੰਦ ਸਾਹਿਬ ਦੀਆਂ, 6 ਪੌੜੀਆਂ ਸੂਖਮ ਅਰਦਾਸ, ਫਿਰ 5 ਬੂੰਦਾਂ ਉਹਦੇ ਮੂੰਹ 'ਚ ਪਾਈਆਂ ਜਾਂਦੀਆਂ ਨੇ। ਸੰਸਕਾਰ ਅੰਮ੍ਰਿਤ ਦਿੱਤਾ ਜਾਂਦਾ ਹੈ। ਪਰ ਜਿਹਨੂੰ ਪੁੱਛੋ ਜੇ ਮਨ ਨਹੀਂ ਬਣਿਆ, ਜੇ ਇਹਨੂੰ ਪੁੱਛੀ ਮਨ ਹੁੰਦਾ ਕੀ ਹੈ, ਜਿਹੜਾ ਬਣਿਆ ਨਹੀਂ ਉਹ ਕੀ ਹੈ, ਉਹ ਪਤਾ ਕਿਸੇ ਨੂੰ ਵੀ ਨਹੀਂ ਮੰਨਦਾ। ਇੱਕ ਦੂਜੇ ਤੋਂ ਸੁਣ ਸੁਣਾ ਕੇ ਢਕੌਂਸਲਾ ਜਿਹਾ ਬਣਾਈ ਫਿਰਦੇ ਨੇ। ਜਿਹੜਾ ਮਨ ਹੈ, ਇਹ ਧਾਰਮ ਗ੍ਰੰਥਾਂ ਵਿੱਚ ਲਿਖਿਆ ਸੰਕਲਪ ਵਿਕਲਪੋ ਹੀ ਮਨਾ, ਇੱਕ ਖਿਆਲ ਦਾ ਨਾਮ ਹੈ ਮਨ। ਅਤੇ ਮਨ ਕਦੇ ਆਕਾਸ਼ ਨੂੰ ਚੜ੍ਹਿਆ ਹੁੰਦਾ, ਕਦੇ ਧਰਤੀ 'ਚ। ਕਬਹੂ ਜਿਹੜਾ ਊਬ ਚੜ੍ਹਤਾ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹਨੂੰ ਕਿਵੇਂ ਬਣਾਓਗੇ?
ਕੋਈ ਗਾਰੇ ਦੀ ਕੰਧ ਥੋੜ੍ਹਾ ਵੀ ਕਹਾਣੀ ਮਾਰ ਕੇ ਥੱਪ ਕੇ ਬਣਾ ਲਊਂ। ਨਾ ਹੀ ਹੁਣ ਲੈਂਟਰ ਵਾਲਾ ਕੰਮ ਹੈ ਵੀ ਚਲੋ ਸਾਰਾ ਮਟੀਰੀਅਲ ਇਕੱਠਾ ਕਰਕੇ ਫਰਮਿਆਂ 'ਚ ਪਾ ਕੇ ਬਣਾ ਲਓਗੇ। ਇਹ ਤਾਂ ਜਿੰਨਾ ਚਿਰ ਮਨ ਦੇ ਮਗਰ ਮਗਰ ਜਾਓਗੇ, ਮਨ ਅੱਗੇ ਅੱਗੇ ਜਾਈ ਜਾਏਗਾ। ਤੁਸੀਂ ਗੁਰੂ ਵਾਲੇ ਬਣ ਜਾਓ, ਫਿਰ ਮਨ ਤੁਹਾਡੇ ਮਗਰ ਆਉਣ ਲੱਗ ਜਾਏਗਾ। ਆ ਜਿਹੜੇ ਗੁਰੂ ਵਾਲੇ ਬਣੇ ਨੇ, ਸਵੇਰੇ ਇਹਨਾਂ ਦਾ ਮਨ ਕਹਿੰਦਾ ਟਾਈਮ ਹੋ ਗਿਆ, ਤੂੰ ਗੁਰੂ ਦਾ ਸਿੱਖ ਹੈ, ਸੁੱਤਾ ਪਿਆ ਦਿਨ ਚੜ੍ਹੇ ਤੱਕ, ਉੱਠ ਇਸ਼ਨਾਨ ਕਰ, ਤੂੰ ਗੁਰੂ ਕੀ ਸਿੱਖੀ ਧਾਰਨ ਕੀ। ਇਹਨਾਂ ਦਾ ਮਨ ਕਹਿੰਦਾ। ਫਿਰ ਜਿਹੜੇ ਨਹੀਂ ਬਣੇ ਉਹਨਾਂ ਨੇ ਕਹਿੰਦਾ ਅਜੇ ਧੁੱਪ ਨਹੀਂ ਚੜ੍ਹੀ, ਜੁੱਲਾ ਹੋਰ ਘੁੱਟ ਲੈ ਮਾੜਾ ਜਿਹਾ। ਜੇ ਪਰਛਾਵਾਂ ਫੜਨਾ ਹੋਵੇ ਨਾ, ਸੂਰਜ ਵੱਲ ਮੂੰਹ ਕਰਕੇ ਤੁਰ ਪਓ, ਪਰਛਾਵਾਂ ਮਗਰ ਮਗਰ ਆਉਣ ਲੱਗ ਜਾਏ। ਅਤੇ ਜੇ ਪਰਛਾਵੇਂ ਦੇ ਮਗਰ ਮਗਰ ਭੱਜੋਗੇ, ਸਾਰੀ ਉਮਰ ਭੱਜੇ ਫਿਰੀ ਜਾਓ, ਖੁੱਚਾਂ ਕਢਾ ਲਓ, ਨਹੀਂ ਫੜਿਆ ਜਾਓ। ਸੋ ਸਾਧ ਸੰਗਤ ਜੀ, ਮਨ ਤਾਂ ਗੁਰੂ ਵਾਲੇ ਬਣ ਕੇ ਪਤਾ ਲੱਗਦਾ ਮਨ ਕੀ ਹੈ। ਇਸ ਮਨ ਕਾ ਕੋਈ ਜਾਣੈ ਭਿਓ, ਕਿਸੇ ਨੂੰ ਪਤਾ ਲੱਗਿਆ ਕਿਆ ਮਨ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜੀਓ। ਇਹੀ ਜੀਵ ਬਣਿਆ, ਇਹੀ ਬ੍ਰਹਮ ਬਣ ਜਾਏਗਾ। ਇਹੀ ਮੈਲਾ, ਇਹਨੇ ਸ਼ੁੱਧ ਹੋ ਜਾਣਾ। ਇਹੀ ਦੁਖੀ ਹੈ, ਇਹਨੇ ਸੁਖੀ ਹੋ ਜਾਣਾ ਸ਼ਬਦ ਨਾਲ ਜੁੜ ਕੇ। ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ, ਫਿਰ ਇਹਦਾ ਜੀਵਨ ਜਿਵੇਂ ਹਰਿਆਊ ਪਸ਼ੂ ਹੁੰਦਾ ਨਾ, ਜੈਸਾ ਪਸ ਹਰਿਆਓ ਤੈਸਾ ਸੰਸਾਰ ਸਭ। ਮਰਜ਼ੀ ਜੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਜਦ ਗੁਰੂ ਵਾਲਾ ਬਣ ਜਾਂਦਾ, ਬੰਦਾ ਸੋ ਜੋ ਪਵੇ ਵਿੱਚ ਬੰਦੀ, ਦੇਖਣ ਕੋ ਦੀਦਾਰ। ਫਿਰ ਗੁਰੂ ਦੇ ਹੁਕਮ ਵਿੱਚ ਕਿਸੇ ਸੰਜਮ 'ਚ ਆ ਜਾਂਦਾ ਜੀਵਨ, ਕਿਸੇ ਕਾਨੂੰਨ ਮਰਿਆਦਾ 'ਚ ਆ ਜਾਂਦਾ ਹੈ, ਕੋਈ ਦਾ ਜ਼ਿੰਦਗੀ ਦਾ ਅਸੂਲ ਬਣ ਜਾਂਦਾ ਹੈ। ਉਹਦੇ ਮੁਤਾਬਕ ਚੱਲ ਕੇ ਫਿਰ ਆਨੰਦ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਇਸ ਕਰਕੇ ਭਾਈ, ਗੁਰੂ ਵਾਲੇ ਬਣ ਕੇ ਆਪਾਂ ਜਨਮ ਸਫਲਾ ਕਰੀਏ, ਮੁੜ ਕੇ ਨਹੀਂ ਆਪਾਂ ਨੂੰ ਜਨਮ ਮਿਲੇਗਾ। ਬਾਬਾ ਗ੍ਰੰਥੀ ਜੀ ਕੋਲ ਆਪਣਾ ਨਾਮ ਨੋਟ ਕਰਾ ਦਿਓ, ਜਾਂ ਇੱਥੇ ਪ੍ਰਬੰਧਕਾਂ ਕੋਲ। ਜੇ ਸੰਗਤ ਹੋ ਗਈ, ਫਿਰ ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਕੀਤਾ ਜਾਏਗਾ। ਨਗੁਰਾ ਨਹੀਂ ਰਹਿਣਾ ਚਾਹੀਦਾ। ਕੀ ਪਤਾ ਪਿਛਲੇ ਸਾਲ ਕਈ ਆਪਣੇ ਸੱਜਣ ਮਿੱਤਰ ਗੁਰਮੁਖ ਸੰਗਤ ਵਿੱਚ ਹੈਗੇ ਸੀ, ਐਤਕੀ ਨਹੀਂ ਹੈਗੇ। ਚਲੋ ਚੱਲੀ ਦਾ ਮੇਲਾ ਲੱਗਾ, ਸਭ ਦੀ ਕੂਚ ਤਿਆਰੀ ਏ। ਇਸ ਗੱਲ ਦਾ ਪਤਾ ਨਾ ਲੱਗੇ ਕੱਲ੍ਹ ਨੂੰ ਕਿਹਦੀ ਵਾਰੀ ਹੈ। ਕੋਈ ਪਤਾ ਹੈ ਕਦ ਹੁਕਮ ਆ ਜਾਣਾ ਹੈ। ਜੇ ਨਗੁਰੇ ਮਰ ਗਏ, ਫਿਰ ਪਛਤਾਵਾ ਹੋਏਗਾ ਮਨ 'ਚ। ਪਛਤਾਵਾ ਵੀ ਕਰਨ ਵਾਲੀ ਆਪਣੇ ਕੋਲ ਬੁੱਧ ਨਹੀਂ ਹੋਣੀ ਨਾ। ਜਿਹੜੀ ਜੂਨੀ ਮਿਲਦੀ ਉਹਦੇ ਨਾਲ ਪਿਆਰ ਹੋ ਜਾਂਦਾ, ਉਹਦੇ 'ਚ ਹੀ ਬੰਨਿਆ ਜਾਂਦਾ ਨਾ। ਫਿਰ ਇਹ ਆਤਾ ਸੋਝੀ ਇਹਨੂੰ ਹੀ ਹੈ ਬਸ, ਇਸੇ ਜਨਮ 'ਚ। ਬਾਕੀ ਤਾਂ ਜੂਨੀ ਭੋਗ ਸਕਦੀਆਂ ਨੇ, ਉਹ ਮੁਕਤ ਹੋਣ ਦਾ ਅਧਿਕਾਰ ਤਾਂ ਉਹਨਾਂ ਕੋਲ ਹੈ ਨਹੀਂ। ਅਬ ਸਮੈ ਮਾਨਸ ਦੇਹ ਬਹੁਰ ਨਹੀਂ ਪਾਵੈ, ਕਛੂ ਉਪਾਓ ਮੁਕਤ ਕਾ ਕਰ ਰੇ। ਮੁੜ ਕੇ ਨਹੀਂ ਮਿਲਣਾ ਭਾਈ ਜਨਮ ਆਪਾਂ ਨੂੰ ਮਿਲਿਆ। ਮਹਾਰਾਜ ਥਾਂ ਥਾਂ 'ਤੇ ਕਹਿੰਦੇ ਨੇ, ਮੁੜ ਕੇ ਬੰਦੇ ਦਾ ਜਨਮ ਨਹੀਂ ਹੋ ਮਿਲਣਾ, ਬਹੁਤੇ ਯੁੱਗ ਬੀਤ ਜਾਣਗੇ। ਮਾਨਸ ਜਨਮ ਨਹੀਂ ਹੋ ਮਿਲਣਾ, ਯੁੱਗ ਬਹੁਤੇ ਬੀਤ ਜਾਣਗੇ।
ਮਿਲਣਾ ਜਨਮ ਨਹੀਂ ਹੋ। ਜੁਗ ਬਹੁਤੇ ਬੀਤ ਜਾਣਗੇ ਮੁੜ ਕੇ ਮਾਨਸ ਜਨਮ ਨਹੀਂ ਮਿਲਣਾ। ਜੁਗ ਬਹੁਤੇ ਬੀਤ ਜਾਣਗੇ ਜੁਗ ਬਹੁਤੇ ਵੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ। ਜਿਉ ਬਨ ਫਲ ਪਾ ਕੇ ਭੋਏ ਗਿਰੈ ਔਰ ਨਾ ਲਾਗੈ ਡਾਰ। ਸੋ ਸਾਧ ਸੰਗਤ ਜੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਆਪੋ ਆਪਣੇ ਨਾਮ ਬਾਬਾ ਗ੍ਰੰਥੀ ਜੀ ਕੋਲ ਪ੍ਰਬੰਧਕਾਂ ਕੋਲ ਲਿਖਾ ਦਿਓ। ਉਹਦੇ ਮੁਤਾਬਕ ਫਿਰ ਪ੍ਰੋਗਰਾਮ ਬਣਾਇਆ ਜਾਏਗਾ। ਆਪਣੀ ਵਿਚਾਰ ਚੱਲ ਰਹੀ ਸੇਵਾ ਤੇ। ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਨ ਪਾਈਐ। ਗੁਰੂ ਘਰ ਦੀ ਸੰਗਤ ਦੀ ਕੀਤੀ ਸੇਵਾ ਇੱਕ ਤਿਲ ਜਿਨੀ ਵੀ ਅਜਾਈ ਨਹੀਂ ਜਾਂਦੀ ਹੈ। ਸੱਚੇ ਪਾਤਸ਼ਾਹ ਨੇ ਆਪ ਵੀ ਸੇਵਾ ਕੀਤੀ ਹੈ, ਪਹਿਲਾਂ ਗੁਰੂ ਸਾਹਿਬਾਨਾਂ ਨੇ, ਫਿਰ ਉਪਦੇਸ਼ ਦਿੱਤਾ ਹੈ। ਜਿਹੜਾ ਆਪ ਨਹੀਂ ਕਰਦਾ ਤੇ ਦੂਜਿਆਂ ਨੂੰ ਕਹਿੰਦਾ, ਜਿਵੇਂ ਸਮਝੋ ਐਵੇਂ ਮਾੜੀ ਤੇ ਢੋਲ ਕੁੱਟਣ ਵਾਲਾ ਹੀ ਕੰਮ ਹੈ, ਵੀ ਖੜਕਾ ਹੀ ਹੈ, ਪ੍ਰਾਪਤੀ ਕੁਛ ਨਹੀਂ ਹੁੰਦੀ। ਜਦੋਂ ਆਪ ਕਮਾਉਂਦਾ ਫਿਰ ਕਹਿੰਦਾ, ਉਹਨੂੰ ਆਪ ਵੀ ਆਨੰਦ ਆਉਂਦਾ ਤੇ ਦੂਜੇ 'ਤੇ ਅਸਰ ਵੀ ਹੁੰਦਾ ਫਿਰ। ਪਰ ਜ਼ਿਆਦਾ ਸਾਡੀ ਹਾਲਤ ਇਹੀ ਹੈ, ਅਵਰ ਉਪਦੇਸੈ ਆਪ ਨਾ ਕਰੈ। ਦੂਜਿਆਂ ਨੂੰ ਹੀ ਉਪਦੇਸ਼ ਦਿੰਦੇ ਹਾਂ, ਆਪ ਨਾ ਅੰਮ੍ਰਿਤ ਵੇਲਿਆ, ਨਾ ਨਿਤਨੇਮ, ਨਾ ਭਜਨ ਪਾਠ, ਨਾ ਕੋਈ ਸੇਵਾ, ਨਾ ਕੋਈ ਤਿਆਗ, ਨਾ ਕੋਈ ਵਿਰਾਗ, ਕੋਈ ਗੁਣ ਆਪਣੇ ਕੋਲ ਨਹੀਂ ਹੈ। ਬਸ ਤਾਂ ਹੀ ਖੜਕਾ ਦੜਕਾ ਜਾਂ ਜ਼ਿਆਦਾ ਹੈ। ਤੇ ਜਿਹੜੇ ਕਮਾਉਂਦੇ ਨੇ ਫਿਰ ਉਹਨਾਂ ਦਾ ਕਿਹਾ ਬਚਨ ਮਨ 'ਚ ਉਤਰ ਜਾਂਦਾ। ਸਾਧ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਸਾਰੇ ਚੰਗੇ ਕਰਮ ਕਰਦੇ ਸੀ। ਦਾਨ ਪੁੰਨ, ਤੀਰਥ ਯਾਤਰਾ, ਭਜਨ ਪਾਠ, ਸਤ ਸੰਤੋਖ, ਖਿਮਾ, ਧੀਰਜ, ਸ਼ਾਂਤੀ, ਸਾਰੇ ਚੰਗੇ ਗੁਣ ਸੇ। ਪਰ ਗੁਰੂ ਵਾਲੇ ਨਹੀਂ ਸੀ ਬਣੇ, ਨਗੁਰੇ ਸੀ। 21 ਵਾਰੀ ਤੁਰ ਕੇ ਗੰਗਾ ਦੀ ਯਾਤਰਾ ਵੀ ਕਰਨ ਗਏ। ਜਦ 21ਵੀਂ ਦਫਾ ਗਏ ਯਾਤਰਾ ਕਰਨ, ਦੁਰਗਾ ਦਾਸ ਪੰਡਤ ਮਿਲਿਆ। ਇਹ ਖੱਟ ਕਰਮੀ ਪੰਡਤ ਸੀ। ਖੱਟ ਕਰਮੀ, ਖੱਟ 6 ਨੂੰ ਕਹਿੰਦੇ ਨੇ। ਨਾਮ ਜਪਣਾ ਤੇ ਜਪਾਉਣਾ, ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, 6 ਕਰਮ ਜਿਹਦੇ ਵਿੱਚ ਹੋਣ ਪੰਡਤ, ਉਹ ਸਤਿਕਾਰਯੋਗ ਹੁੰਦਾ ਹੈ। ਕਿਉਂਕਿ ਇਹ ਸਤਿਕਾਰ ਚੰਗੇ ਕਰਮਾਂ ਦਾ ਦੁਨੀਆ ਵਿੱਚ। ਚੰਗੇ ਕਰਮ ਕੋਈ ਵੀ ਕਰੇ, ਕਿਸੇ ਜਾਤ ਦਾ ਕਰੇ, ਕਿਸੇ ਧਰਮ ਦਾ ਕਰੇ, ਉਹਦਾ ਸਭ ਦਾ ਸਤਿਕਾਰ ਹੁੰਦਾ ਹੈ। ਮਾੜਾ ਕੰਮ ਕੋਈ ਵੀ ਕਰੇ, ਉਹਦਾ ਨਰਾਦਰ ਹੋਏਗਾ, ਅਪਜਸ ਹੋਏਗਾ ਉਹਦਾ। ਇਹ ਖੱਟ ਕਰਮੀ ਪੰਡਤ ਸੀ। ਇਹਦਾ ਇੱਕ ਪਰਨ ਵੀ ਸੀ ਕਿ ਇਹ ਨਗੁਰੇ ਦੇ ਹੱਥੋਂ ਲੈ ਕੇ ਖਾਂਦਾ ਨਹੀਂ ਸੀ ਹੁੰਦਾ। ਇਹਦਾ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਮਿਲਾਪ ਹੋ ਗਿਆ। ਦੁਰਗਾ ਦਾਸ ਨੇ ਦੇਖਿਆ ਹੱਥ 'ਚ ਮਾਲਾ ਫੜੀ ਹੈ,
ਬੀਬਾ ਦਾੜੈ ਬੜਾ ਦੈਵੀ ਜਿਹਾ ਸੁਭਾਅ। ਸੋਚਿਆ ਵੀ ਜਿਹੜਾ ਮਾਲਾ ਫੇਰਿਆ ਤਾਂ ਗੁਰੂ ਵਾਲਾ ਹੀ ਹੋਣਾ। ਫਿਰ ਇੱਕ ਦੂਜੇ ਤੋਂ ਪੰਜੀਰੀ ਆਦਿਕ ਲੈ ਕੇ ਖਾਂਦੇ ਗਏ, ਗੱਲਾਂ ਬਾਤਾਂ ਵਿਚਾਰ ਵਟਾਂਦਰਾ ਕਰਦੇ ਗਏ। ਗੰਗਾ ਤੇ ਇਸ਼ਨਾਨ ਕਰਿਆ, ਨਾਲੇ ਦਾਨ ਕਰਿਆ। ਮੁੜੇ ਆ ਰਹੇ ਨੇ ਸ਼ੰਭੂ ਦੇ ਕੋਲ ਥਾਣਾ ਸਾਹਿਬ ਗੁਰਦੁਆਰਾ। ਇੱਥੇ 21 ਵਾਰੀ ਜਾਂਦਿਆਂ ਗਏ ਨੇ ਮਹਾਰਾਜ, ਤੇ 21 ਵਾਰੀ ਆਉਂਦਿਆਂ ਆਏ ਨੇ ਇੱਥੇ ਨਥਾਣਾ ਸਾਹਿਬ। ਇੱਥੇ ਦੁਰਗਾ ਦਾਸ ਨੇ ਦੇਖਿਆ ਕਿ ਗੁਰੂ ਅਮਰਦਾਸ ਮਹਾਰਾਜ ਦੇ ਸੱਜੇ ਚਰਨ ਦੇ ਵਿੱਚ ਪਦਮ ਰੇਖਾ ਹੈ, ਬਹੁਤ ਸੂਖਮ ਜੀ ਰੇਖਾ। ਸਾਰਿਆਂ ਦੀਆਂ ਹੁੰਦੀਆਂ ਨੇ, ਪਰ ਕਿਸੇ ਨਾਲ ਕਿਸੇ ਦੀ ਕੋਈ ਰੇਖਾ ਨਹੀਂ ਮਿਲਦੀ ਹੈ। ਆ ਜਿਹੜੇ ਬੱਚੇ ਬਾਹਰ ਜਾਂਦੇ ਨੇ, ਇਹਨਾਂ ਦੇ ਫਿੰਗਰ ਪ੍ਰਿੰਟ ਹੁੰਦੇ। ਦੁਨੀਆ ਵਿੱਚ ਕਿਸੇ ਦੀਆਂ ਉਂਗਲਾਂ ਦੀਆਂ ਲੀਕਾਂ ਮਿਲਦੀਆਂ ਨਹੀਂ ਕਿਸੇ ਨਾਲ। ਸਾਰੇ ਸੰਸਾਰ ਦੇ ਵਿੱਚ ਕਿਸੇ ਦੀਆਂ ਉਂਗਲਾਂ ਦੇ ਉੱਤੇ ਜਿਹੜੀਆਂ ਰੇਖਾ ਨੇ ਮਿਲਦੀਆਂ ਨਹੀਂ। ਇਹ ਵੀ ਰੱਬ ਦੀ ਬੇਅੰਤਤਾ ਹੀ ਹੈ ਨਾ। ਜਿਹੜੀ ਅੱਖ ਦੀ ਧਾਰੀ ਹੈ ਨਾ ਆਪਣੀ ਵਿੱਚ, ਇਹ ਨਹੀਂ ਕਿਸੇ ਨਾਲ ਮਿਲਦੀ ਹੈ। ਉਹ ਤਾਂ ਹੀ ਉਹਨਾਂ ਨੇ ਦੇਖਿਆ ਵੀ ਬਾਕੀ ਤਾਂ ਚਿਹਰਾ ਵੀ ਮਿਲ ਸਕਦਾ, ਕੱਦ ਕਾਠ ਵੀ ਮਿਲ ਸਕਦਾ। ਉਹ ਅੱਖ ਦੀ ਫੋਟੋ ਖਿੱਚਦੇ ਨੇ, ਇੱਕ ਫਿੰਗਰ ਪ੍ਰਿੰਟ ਲੈਂਦੇ ਨੇ, ਉਂਗਲਾਂ ਦੇ ਨਿਸ਼ਾਨ ਲੈਂਦੇ ਨੇ। ਇਹ ਮਿਲਣਾ ਹੀ ਨਹੀਂ ਦੁਨੀਆ 'ਚ ਕਿਸੇ ਦੇ ਇੱਕ ਦੂਜੇ ਨਾਲ। ਇਹ ਤਾਂ ਬਚਨ ਬਾਣੀ ਨੇ ਵੀ ਮੰਨਿਆ ਨਾ, ਤੇਰੇ ਮੱਥੇ 'ਤੇ ਵੀ ਰੱਬ ਨੇ ਰੇਖਾ ਲਿਖੀਆਂ ਹੋਈਆਂ ਨੇ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਉਹਨੇ ਦੇਖਿਆ ਕਿ ਗੁਰੂ ਅਮਰਦਾਸ ਮਹਾਰਾਜ ਦੇ ਸੱਜੇ ਚਰਨ ਵਿੱਚ ਪਦਮ ਰੇਖਾ ਹੈ। ਅਵਤਾਰੀ ਪੁਰਸ਼ਾਂ ਦੇ, ਬ੍ਰਹਮ ਗਿਆਨੀ ਦੇ ਜਾਂ ਚੱਕਰਵਰਤੀ ਰਾਜਿਆਂ ਦੇ ਹੁੰਦੀ ਹੈ। ਇਹ ਜੋਤਿਸ਼ ਵਿਦਿਆ ਵੀ ਜਾਣਦਾ ਸੀ, ਪਾਮਿਸਟ ਸੀ, ਹੱਥਾਂ ਪੈਰਾਂ ਦੀ ਰੇਖਾ ਦੇਖ ਲੈਂਦਾ ਸੀ। ਇੱਕ ਵਿਦਿਆ ਹੈ 14 ਵਿਦਿਆ ਵਿੱਚੋਂ ਜੋਤਿਸ਼ ਵਿਦਿਆ। ਕੋਈ ਜਾਣਦਾ ਹੋਵੇ ਤਾਂ, ਨਹੀਂ ਤਾਂ ਮੂੰਹ ਦੇਖ ਦੇਖ ਕੇ ਟਿੱਕੇ ਲਾਈ ਜਾਂਦੇ ਨੇ ਬਸ। ਬਹੁਤੀਆਂ ਗੱਲਾਂ ਆਪਣੀਆਂ ਮਿਲਦੀਆਂ ਨੇ ਸਮਾਜ ਵਿੱਚ। ਬਿਮਾਰ ਠਮਾਰ ਸਾਰੀ ਰਹਿੰਦੇ ਨੇ, ਘਾਟੇ ਵਾਧੇ ਸਾਰੇ ਘਰਾਂ 'ਚ ਹੀ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਨੇ। ਬਸ 5-4 ਗੱਲਾਂ ਆਪਾਂ ਨੂੰ ਕਹਿ ਦੇਵੇ, ਆਪਾਂ ਪਜਲ ਜਿਹੇ ਹੋ ਜਾਂਦੇ। ਲਓ ਜੀ, ਸਾਰੀਆਂ ਗੱਲਾਂ ਹੀ ਦੱਸਦੀ। ਇਹ ਤਾਂ ਗੱਲਾਂ ਉਹਦੇ ਘਰੇ ਵੀ ਹੈਗੀਆਂ ਜਿਹੜਾ ਦੱਸ ਰਿਹਾ। ਕਲੇਸ਼ ਸਾਰੇ ਘਰਾਂ 'ਚ ਹੀ, ਕਿਉਂਕਿ ਮੰਨਣ ਵਾਲਾ ਕੋਈ ਹੈ ਨਹੀਂ, ਸਾਰੇ ਮਨਾਉਣ ਵਾਲੇ ਨੇ। ਕਲੇਸ਼ ਹੀ ਹੋਣਾ। ਸਾਰੇ ਕਹਿੰਦੇ ਨੇ ਮੇਰੀ ਮੰਨੋ। ਅੱਗੇ ਘਰ 'ਚ ਇੱਕ ਬਜ਼ੁਰਗ ਲਾਣੇਦਾਰ ਹੁੰਦਾ ਸੀ। ਜਾਣ ਲੱਗਿਆ ਵੀ ਕਹਿਣਾ, ਬਾਪੂ ਜੀ ਮੈਂ ਸ਼ਹਿਰ ਜਾ ਆਇਆ। ਭਾਈ ਕੋਈ ਨਹੀਂ ਜਾਇਆ, ਧਿਆਨ ਨਾਲ ਜਾਇਓ। ਇੰਨੀ ਗੱਲ ਕਹਿਣੀ ਸੀ ਨਾ ਬਜ਼ੁਰਗਾਂ ਨੂੰ। ਕਹਿੰਦੇ ਹੁਣ ਇਹ ਸਾਰੀ ਉਮਰ ਇਹਨੇ ਤੋਂ ਪੁੱਛੀ ਜਾਵਾਂਗੇ, ਹੁਣ ਨਹੀਂ ਪੁੱਛਦੇ, ਤਾਂ ਹੀ ਦੁਖੀ ਨੇ। ਫਿਰ ਇੱਕ ਹੁੰਦਾ ਸੀ, ਭਾਵੇਂ ਜਿੱਡਾ ਮਰਜ਼ੀ ਪਰਿਵਾਰ ਹੁੰਦਾ ਸੀ, ਜਿਵੇਂ ਉਹਨੇ ਕਹਿਣਾ ਸਾਰੇ ਕਰਦੇ ਸੀ, ਸੁਖੀ ਰਹਿੰਦੇ ਸੀ। ਹੁਣ ਜਿੰਨੇ ਘਰ ਦੇ ਮੈਂਬਰ ਓਨੇ ਹੀ ਚੌਧਰੀ। ਅਤੇ ਹੁਣ ਚੌਧਰ ਕਰਨੀ ਕਾਹਤੇ? ਨਰਕ ਬਣੇ ਪਏ ਨੇ ਘਰ, ਨਰਕ। ਸਭ ਆਪਣੇ ਮੂੰਹ ਮੁਹਾਰੇ ਹੋਏ ਨੇ, ਕੋਈ ਨਹੀਂ ਸੁਣਦਾ ਕਿਸੇ ਦੀ। ਅੱਗੇ ਜੇ ਬਜ਼ੁਰਗਾਂ ਦੀ ਮੰਨਦੇ ਸੀ, ਸੁਖੀ ਵੀ ਰਹਿੰਦੇ ਸੀ। ਸੋ ਸਾਧ ਸਿੰਘ ਜੀ, ਬਹੁਤੀਆਂ ਗੱਲਾਂ ਆਪਣੇ ਘਰਾਂ 'ਚ ਮਿਲਦੀਆਂ ਹੀ ਹੁੰਦੀਆਂ ਨੇ। ਤਕਰੀਬਨ ਸਮਾਜ ਦੀਆਂ ਬਹੁਤੀਆਂ ਗੱਲਾਂ ਆਪਸ ਵਿੱਚ ਮਿਲਦੀਆਂ ਜੁਲਦੀਆਂ ਨੇ। ਅਤੇ ਆਪਾਂ ਨੂੰ 5-4 ਗੱਲਾਂ ਕਹਿ ਦੇਵੇ, ਕਲੇਸ਼ ਰਹਿੰਦਾ ਤੁਹਾਡੇ ਘਰੇ। ਉਹਨੂੰ ਪੁੱਛਿਆ ਤੇਰੇ ਘਰ ਦੇਵਤੇ ਰਹਿੰਦੇ ਨੇ? ਆਪ ਭਾਵੇਂ ਸਵੇਰੇ ਉਹ ਪੰਡਤਾਣੀ ਨਾਲ ਲੜ ਕੇ ਆਇਆ ਹੋਵੇ, ਦੂਜਿਆਂ ਨੂੰ ਕਹੂਗਾ ਤੁਹਾਡੇ ਘਰ ਕਲੇਸ਼ ਰਹਿੰਦਾ ਹੈ। ਹਾਂਜੀ, ਕਲੇਸ਼ ਤਾਂ ਸਾਡੇ ਘਰ ਗੁਰਦੁਆਰਿਆਂ 'ਚ ਵੀ ਹੈਗਾ। ਹੁਣ ਤਾਂ ਬਿਮਾਰੀ ਠਮਾਰੀ ਤੁਹਾਡੇ ਘਰੇ ਬਹੁਤ ਰਹਿੰਦੀ ਹੈ।
ਇਹ ਤਾਂ ਸਾਰੇ ਘਰਾਂ 'ਚ ਹੀ ਹੈ। ਤੁਹਾਡੇ ਨਜਾਇਜ਼ ਜੇ ਨੁਕਸਾਨ ਹੋਈ ਜਾਂਦੇ ਨੇ, ਜਿੱਥੇ ਫਾਇਦੇ ਹੁੰਦੇ ਨੇ ਉੱਥੇ ਨੁਕਸਾਨ ਵੀ ਜ਼ਰੂਰ ਹੁੰਦੇ ਨੇ। ਬਸ 5 ਸਾਲ ਗੱਲਾਂ ਕਹਿਤੀਆਂ, ਫਿਰ ਆਪਾਂ ਕਹਿੰਦੇ ਤਾਂ ਸਾਰੀਆਂ ਗੱਲਾਂ ਦੱਸੀ ਜਾਂਦਾ। ਫਿਰ ਉਹ ਆਪਾਂ ਨੂੰ ਐਸਾ ਭਰਮਾਂ 'ਚ ਪਾਉਂਦਾ, ਫਿਰ ਆਪਾਂ ਜਿਵੇਂ ਉਹ ਕਹਿੰਦਾ ਉਵੇਂ ਲੁੱਟੇ ਜਾਂਦੇ। ਪਰ ਜਿਹੜੇ ਵਿੱਦਿਆ ਪੜ੍ਹੇ ਹੁੰਦੇ ਨੇ ਬਹੁਤ ਘੱਟ ਨੇ, ਉਹ ਆਪਣੀ ਵਿੱਦਿਆ ਦੇ ਮੁਤਾਬਕ ਦੱਸ ਸਕਦੇ ਨੇ, ਪਰ ਕਰਤੇ ਦੀ ਗਤੀ ਨੂੰ ਤਾਂ ਕਰਤਾ ਹੀ ਜਾਣਦਾ ਹੈ। ਇਹ ਰੇਖਾ ਵੀ ਬਦਲਦੀਆਂ ਰਹਿੰਦੀਆਂ ਨੇ, ਕਰਮਾਂ ਦੇ ਮੁਤਾਬਕ ਆਪ ਹੀ ਬਦਲਦੀਆਂ ਰਹਿੰਦੀਆਂ ਨੇ। ਚੰਗੇ ਕਰੋ ਮਾੜੀਆਂ ਮਿਟਣ ਲੱਗ ਜਾਣਗੀਆਂ, ਮਾੜੇ ਕਰਨ ਲੱਗ ਜਾਓ ਫਿਰ ਚੰਗੀਆਂ ਮਿਟਣ ਲੱਗ ਜਾਣਗੀਆਂ। ਸੂਲੀ ਤੋਂ ਸੂਲ ਬਣ ਜਾਂਦੀ ਹੈ, ਘਟਦੇ ਵੱਧਦੇ ਰਹਿੰਦੇ ਨੇ ਵੀ। ਇਹਨੇ ਦੇਖਿਆ ਗੁਰੂ ਅਮਰਦਾਸ ਮਹਾਰਾਜ ਨੂੰ, ਕਹਿੰਦਾ ਮੈਨੂੰ ਵਿੱਦਿਆ 'ਤੇ ਮਾਣ ਹੈ ਜਿੰਨੀ ਕੁ ਮੈਂ ਪੜ੍ਹੀ ਹੈ। ਤੁਹਾਡੇ ਸਿਰ 'ਤੇ ਛਤਰ ਝੁੱਲਣਾ ਚਾਹੀਦਾ। ਤੁਸੀਂ ਤਾਂ ਜੇ ਆਮ ਇਨਸਾਨ ਹੋ, ਉਹ ਟਾਈਮ ਨਹੀਂ ਆਇਆ ਕਿਆ? ਜੇ ਕਿਤੇ ਐਸਾ ਸਮਾਂ ਆ ਗਿਆ ਮੈਨੂੰ ਯਾਦ ਰੱਖਿਓ ਗਰੀਬ ਨੂੰ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੁਰਗਾ ਦਾਸ ਜੇ ਇਸ ਤਰ੍ਹਾਂ ਹੀ ਰੱਬ ਨੂੰ ਪਾਇਆ, ਫਿਰ ਜੋ ਕਹੇਗਾ ਤੈਨੂੰ ਮਿਲ ਜਾਏਗਾ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਦੁਰਗਾ ਦਾਸ ਕਹਿੰਦਾ ਤੇਰਾ ਗੁਰਦੇਵ ਕੌਣ ਹੈ? ਗੁਰੂ ਕਿਹਨੂੰ ਧਾਰਿਆ ਤੁਸੀਂ? ਉਪਦੇਸ਼ ਕਿੱਥੋਂ ਲਿਆ? ਸਾਧ ਸੰਗਤ ਜੀ, ਸਾਨੂੰ ਕੋਈ ਪੁੱਛੇ ਤੁਹਾਡਾ ਗੁਰੂ ਕੌਣ ਹੈ, ਅਸੀਂ ਹਿੱਕ ਠੋਰ ਕੇ ਕਹਿੰਦੇ ਹਾਂ ਅਸੀਂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਦਾਤ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸਜਿਆ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਗੁਰੂ ਹੈ। ਅਸੀਂ ਕਿਸੇ ਵਿਅਕਤੀ ਦੇ ਨਹੀਂ, ਕਿਸੇ ਬੰਦੇ ਦੇ ਨਹੀਂ, ਕਿਸੇ ਦੇਹ ਨਾਲ ਨਹੀਂ। ਠੀਕ ਹੈ, ਜਿਹੜੇ ਗੁਰਮੁਖ ਸਾਨੂੰ ਗੁਰੂ ਨਾਲ, ਸ਼ਬਦ ਨਾਲ, ਸੇਵਾ ਸਿਮਰਨ ਨਾਲ ਜੋੜਦੇ ਨੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਕਰਨਾ ਵੀ ਬਣਦਾ ਉਹਨਾਂ ਦਾ। ਪਰ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਸਾਧ ਸੰਗਤ ਜੀ, ਅਸੀਂ ਸਪੀਕਰਾਂ 'ਚ ਵੀ ਲੌਸਮੈਂਟ ਕਰਕੇ ਹਿੱਕ ਠੋਰ ਕੇ ਕਹਿੰਦੇ ਹਾਂ। ਇਹ ਨਹੀਂ ਵੀ ਕਿਸੇ ਨੇ ਪੁੱਛ ਲਿਆ ਗੁਰੂ ਕੌਣ ਹੈ, ਫਿਰ ਇੱਧਰ ਜਾਂ ਉਹ ਆਇਆ ਚਾਂ ਮਾਂ ਜਿਹਾ ਕਰੀ ਜਾ। ਉਹ ਧਾਰੇ ਇਹੋ ਜਿਹਾ ਹੋਏ ਨਾ, ਪਖੰਡੀ ਜਿਹਾ, ਦੱਸਣ ਲੱਗਿਆ ਵੀ ਸ਼ਰਮ ਆਏਗੀ ਉਹਨੂੰ। ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਕਿਤੇ ਦੱਸਣ ਲੱਗਿਆ ਐਵੇਂ ਸ਼ਰਮ ਜੀ ਆਵੇ। ਦੁਰਗਾ ਦਾਸ ਨੇ ਪੁੱਛਿਆ ਗੁਰੂ ਕੌਣ ਹੈ? ਗੁਰੂ ਅਮਰਦਾਸ ਮਹਾਰਾਜ ਚੁੱਪੇ ਕਰ ਗਏ। ਬਾਬਾ ਦੱਸਿਆ ਨਹੀਂ ਤੇਰਾ ਗੁਰੂ ਕੌਣ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰੂ ਦੀ ਵੀ ਲੋੜ ਹੈ। ਮਾੜਾ ਕੰਮ ਜਿੱਦਣ ਦੇ ਜੰਮਿਆ ਕੀਤਾ ਹੀ ਨਹੀਂ। ਫਿਰ ਦਾਨ ਪੁੰਨ ਕਰਦਿਆਂ 21 ਵਾਰੀ ਪੈਦਲ ਤੁਰ ਕੇ ਗਿਆ ਗੰਗਾ 'ਤੇ ਇਸ਼ਨਾਨ ਕਰਨ। ਭਜਨ ਪਾਠ ਵੀ ਕਰੀਦਾ, ਸੇਵਾ ਸੰਗਤ ਵੀ ਕਰਦਿਆਂ ਜਿੱਥੇ ਮੌਕਾ ਮਿਲਦਾ। ਬਾਕੀ ਅਜੇ ਰਹਿ ਗਿਆ ਗੁਰੂ ਧਾਰਨਾ। ਜਦ ਇਹ ਗੱਲ ਕਹੀ ਨਾ ਦੁਰਗਾ ਦਾਸ ਨੂੰ, ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਗਠੜੀ ਸਮਾਨ ਦੀ ਚੁੱਕ ਲਈ, ਉੱਚੀ ਉੱਚੀ ਬੋਲਣ ਲੱਗ ਗਿਆ, ਪਰਾਂ ਤੁਰ ਗਿਆ। ਮੈਂ ਤਾਂ ਤੇਰਾ ਬੀਬਾ ਦਾੜਾ ਦੇਖ ਕੇ ਭਰਮ ਗਿਆ। ਜੇ ਮੈਨੂੰ ਪਤਾ ਹੁੰਦਾ ਨਾ ਤੂੰ ਨਗੋਰਾ, ਮੈਂ ਤਾਂ ਤੇਰੇ ਕੋਲ ਵੀ ਨਹੀਂ ਸੀ ਬਹਿਣਾ। ਮੇਰਾ ਸਾਰੀ ਜ਼ਿੰਦਗੀ ਦਾ ਕੀਤਾ ਜਪ ਤਪ ਭ੍ਰਸ਼ਟ ਹੋ ਗਿਆ। ਮੇਰਾ ਤਾਂ ਪਰਨ ਸੀ, ਨਗੋਰੇ ਦੇ ਹੱਥੋਂ ਲੈ ਕੇ ਖਾਣਾ ਨਹੀਂ। ਮੈਂ ਤਾਂ ਤੈਨੂੰ ਬਾਹਰੋਂ ਦੇਖ ਕੇ ਹੀ ਭੁਲੇਖੇ 'ਚ ਆਪਣਾ ਕੀਤਾ ਪਰਨ ਭੰਗ ਕਰ ਲਿਆ। ਤੂੰ ਆਹ ਸ੍ਰੇਸ਼ਟਾਚਾਰ ਚੱਕੀ ਫਿਰਦਾ, ਉਹ ਤੈਨੂੰ ਤਾਂ ਮੁੜ ਕੇ ਮਨੁੱਖਾ ਜਨਮ ਨਹੀਂ ਮਿਲਣਾ, ਮੁੜ ਕੇ ਮੁਕਤੀ ਤਾਂ ਤੈਨੂੰ ਦੇਣੀ ਕਿੰਨੀ ਹੈ।
ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਬਿਆਸੈ ਕੋਇ। ਕਿਸੇ ਨੂੰ ਪੁੱਛ ਲਓ ਵੀ ਕਿਸੇ ਦਾ ਗੁਰੂ ਵਾਲੇ ਬਣਨ ਤੋਂ ਬਿਨਾਂ ਭਲਾ ਹੋ ਗਿਆ ਹੋਵੇ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ ਜੀ, ਬਿਨਾ ਗੁਰਾਂ ਤੋਂ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ ਜੀ, ਬਿਨਾ ਗੁਰਾਂ ਤੋਂ। ਬਿਨਾ ਗੁਰਾਂ ਤੋਂ ਜਲ ਰਹਿ, ਕੁੰਭੇ ਬੱਧਾ ਜਲ ਰਹਿ, ਕੁੰਭੇ ਬੱਧਾ ਜਲ ਬਿਨ ਕੁੰਭ ਨਾ ਹੋਵੇ ਪਿਆਰਿਓ, ਬਿਨਾ ਗੁਰਾਂ ਤੋਂ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ ਜੀ, ਬਿਨਾ ਗੁਰਾਂ ਤੋਂ। ਗਿਆਨ ਕਾ ਬੱਧਾ ਮਨ ਰਹੈ, ਗਿਆਨ ਕਾ ਬੱਧਾ ਮਨ ਰਹੈ, ਗਿਆਨ ਕਾ ਬੱਧਾ ਗੁਰ ਬਿਨ ਗਿਆਨ ਨਾ ਹੋਵੇ ਪਿਆਰਿਓ, ਬਿਨਾ ਗੁਰਾਂ ਤੋਂ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ ਜੀ, ਬਿਨਾ ਗੁਰਾਂ ਤੋਂ। ਹਾਂ ਜੀ ਬਿਨਾ ਗੁਰਾਂ ਤੋਂ ਮੁਕਤ ਨਾ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ। ਪਰਾਂ ਤੁਰ ਗਿਆ ਚੱਕ ਕੇ ਆਪਣੇ ਸਮਾਨ ਦੀ ਗਠੜੀ, ਉੱਚੀ ਉੱਚੀ ਬੋਲੀ ਜਾਏ ਤੇਰਾ ਮਨੁੱਖਾ ਜਨਮ ਵਿਅਰਥ ਗਿਆ। ਤੇਰਾ ਗੁਰੂ ਨਹੀਂ ਕੋਈ ਪੀਰ ਨਹੀਂ, ਬੇ ਮੁਰਸ਼ਦੈਂ ਤੂੰ ਬੇ ਪੀਰੈ ਨਗੁਰੈ।
ਨਰਮ ਹਿਰਦਾ ਸੀ, ਬਾਣ ਸੇ ਬਾਣ ਵਰਗੇ ਲੱਗੇ ਬਚਨ ਦੁਰਗਾ ਦਾਸ ਦੇ। ਵੀ ਮੈਂ ਤਾਂ ਆਪਣੀ ਮਰਜ਼ੀ ਨਾਲ ਹੀ ਕਰਮ ਕਾਂਡ ਕਰਦਾ ਰਿਹਾ। ਮਸਾਂ ਆਏ ਚੱਲ ਕੇ ਘਰੇ ਪਹੁੰਚੇ ਸੱਚੇ ਪਾਤਸ਼ਾਹ ਮਹਾਰਾਜ। ਕੋਠੇ 'ਤੇ ਮੰਜਾ ਡਾਹ ਲਿਆ, ਨੀਂਦ ਨਹੀਂ ਆਉਂਦੀ। ਉਹੀ ਦੁਰਗਾ ਦਾਸ ਦੀਆਂ ਗੱਲਾਂ। ਬਾਸਰ ਕੇ ਪਹੁੰਚੇ ਮਹਾਰਾਜ ਤੁਰ ਕੇ। ਗਰਮੀ ਦਾ ਮੌਸਮ, ਕੋਠੇ 'ਤੇ ਮੰਜਾ ਡਾਹਿਆ, ਨੀਂਦ ਨਹੀਂ ਆਉਂਦੀ। ਫਿਕਰ ਹੋ ਗਿਆ ਨਾ ਵੀ ਮਨੁੱਖਾ ਜਨਮ ਕੀ ਪਤਾ 60 ਸਾਲ ਦੇ ਹੋ ਗਏ ਆ, ਕਦੋਂ ਹੁਕਮ ਆ ਜਾਵੇ। 2 ਵੱਜ ਗਏ। ਗੁਰੂ ਅਮਰਦਾਸ ਮਹਾਰਾਜ ਦੇ ਘਰੋਂ ਭਤੀਜੀ ਸੀ, ਭਤੀਜਿਆਂ ਨੂੰ ਭਾਈ ਜੱਸੂ ਦੇ ਘਰੋਂ ਬੀਬੀ ਅਮਰੋ। ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਪੁੱਤਰੀ ਸੀ। 2 ਸੀ ਧੀਆਂ ਗੁਰੂ ਅੰਗਦ ਦੇਵ ਜੀ ਦੀਆਂ, ਬੀਬੀ ਅਮਰੋ, ਬੀਬੀ ਅਨੋਖੀ। ਮਾਤਾ ਖੀਵੇ ਨੇ ਸਿੱਖਿਆ ਦਿੱਤੀ ਸੀ, ਧੀਏ ਪੇਕੇ ਘਰ ਅੰਮ੍ਰਿਤ ਵੇਲੇ ਉੱਠਦੀ ਹੈ, ਸਹੁਰੇ ਘਰ ਵੀ ਉੱਠਣਾ ਹੈ। ਉੱਥੇ ਜਾ ਕੇ ਨਿਤਨੇਮ ਨਾ ਛੱਡਦੀ। ਵੱਡਿਆਂ ਦਾ ਸਤਿਕਾਰ ਕਰਨਾ, ਬਜ਼ੁਰਗਾਂ ਦਾ ਕਿਹਾ ਮੰਨਣਾ ਹੈ। ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਅੱਗੇ ਬਜ਼ੁਰਗ ਮਾਵਾਂ ਕਹਿੰਦੀ ਸੀ, ਧੀਏ ਚੱਜ ਸਿੱਖ ਲੈ, ਚੱਜ। ਗੁਰੂ ਮਹਾਰਾਜ ਕਹਿੰਦੇ, ਗੁਰੂ ਤੋਂ ਚੱਜ ਸਿੱਖ ਸਿੱਖਾ। ਜਿਉਣਾ ਕਿਵੇਂ, ਜਿਉਣ ਦਾ ਚੱਜ ਸਿੱਖ ਲੈ। ਤੂੰ ਤਾਂ ਸ਼ਾਮ ਨੂੰ ਠੇਕੇ 'ਤੇ ਧੱਕੇ ਖਾਂਦਾ ਫਿਰਦਾ ਹੁੰਦਾ। ਇਹ ਹੈ ਤੇਰਾ ਚੱਜ? ਨਸ਼ਿਆਂ ਨੇ ਜ਼ਿੰਦਗੀ ਬਰਬਾਦ ਕਰਤੀ। ਪਤਾ ਨਹੀਂ ਕਿੰਨੇ ਕੁ ਘਰ ਉੱਜੜ ਗਏ ਆਪਣੇ, ਕਿੰਨਿਆਂ ਦੇ ਘਰੋਂ ਦੀਵੇ ਬੁਝਾਤੇ ਨਸ਼ੇ ਨੇ। ਇਹ ਤਾਂ ਨਹੀਂ ਚੱਜ ਸਿੱਖਣਾ ਨਾ। ਅੱਗੇ ਸਾਡੀਆਂ ਮਾਵਾਂ ਧੀਆਂ ਨੂੰ ਚੱਜ ਸਿਖਾਉਂਦੀਆਂ ਸੀ। ਸਿਉਣਾ ਬੁਣਨਾ ਪਕਾਉਣਾ ਸਿੱਖ ਲੈ, ਅਗਲੇ ਘਰ ਜਾਣਾ ਤੂੰ। ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣਹਾਰ। ਪਰ ਅੱਜ ਕੱਲ੍ਹ ਤਾਂ ਧੀਆਂ ਮਾਵਾਂ ਨੂੰ ਚੱਜ ਸਿਖਾਉਂਦੀਆਂ ਨੇ। ਤਾਂ ਹੀ ਤਾਂ ਫਿਰ ਡਿਵੋਰਸ ਹੋ ਰਹੇ ਨਾ ਅੱਜ ਕੱਲ੍ਹ। ਜਿਹੜੀ ਸਿੱਖ ਦੀ ਧੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 4 ਪ੍ਰਕਰਮਾਂ ਕਰਕੇ 2 ਵਾਰੀ ਅਰਦਾਸ ਹੋਈ ਹੈ ਨਾ, ਉਹ ਕਚਹਿਰੀਆਂ 'ਚ ਤਾਂ ਹੀ ਖੜੇ ਨੇ, ਚੱਜ ਨਹੀਂ ਸਿੱਖਿਆ ਹੋਇਆ ਉਹਨਾਂ ਨੇ ਮਾਂ ਤੋਂ। ਜੋ ਮਾਂ ਨੇ ਸਿੱਖਿਆ ਦਿੱਤੀ, ਧਾਰਨ ਨਹੀਂ ਕੀਤੀ ਹੈ। ਵੱਡਿਆਂ ਦਾ ਸਤਿਕਾਰ ਨਹੀਂ। ਅਸੀਂ ਪੜ੍ਹੇ ਹੋਏ ਹਾਂ, ਅਸੀਂ ਕਿਸੇ ਦੇ ਆਖੇ ਨਹੀਂ ਲੱਗਦੇ। ਮਾਤਾ ਮਨਸਾ ਦੇਵੀ ਨੇ, ਮਾਤਾ ਖੀਵੀ ਨੇ ਚੱਜ ਸਿਖਾਇਆ ਬੀਬੀ ਅਮਰੋ ਨੂੰ, ਧੀਏ ਗੁਰੂ ਦੀ ਧੀ ਹੈ, ਦੋਹਾਂ ਪਰਿਵਾਰਾਂ ਦੀ ਸੋਭਾ ਹੋਵੇਗੀ। ਜੇ ਤੂੰ ਉੱਥੇ ਆਪ ਸੁਖੀ ਰਹੇਂਗੇ, ਅਸੀਂ ਦੋਵੇਂ ਪਰਿਵਾਰ ਸੁਖੀ ਰਹਾਂਗੇ। ਧੀ ਇੱਕ ਸੁਖੀ, ਪਰਿਵਾਰ ਦੋਵੇਂ ਸੁਖੀ, ਪੇਕੇ ਵੀ ਅਤੇ ਸਹੁਰੇ ਵੀ। ਨਹੀਂ ਤਾਂ ਦੋਵੇਂ ਕੜਾਹੀ 'ਚ। ਬੀਬੀ ਖੀਵੀ ਨੇ ਧੀ ਗੁਰੂ ਅਮਰਦਾਸ ਮਹਾਰਾਜ ਦੀ ਨੂੰਹ ਬਣੀ, ਜਿਹੜੀ ਭਾਈ ਜੱਸੂ ਦੇ ਘਰੋਂ ਚੱਜ ਸਿਖਾਇਆ ਹੋਇਆ। 2 ਵਜੇ ਉੱਠਦੀ ਬੀਬੀ ਅਮਰੋ, ਇਸ਼ਨਾਨ ਕਰਕੇ ਅਭਿਆਸ ਕਰਦੀ ਹੈ ਸੁਰਤ ਸ਼ਬਦ ਦਾ। ਫਿਰ 4 ਵਜੇ ਦਹੀਂ ਰਿੜਕਦੀ ਬੀਬੀ ਅਮਰੋ ਮਧਾਣੀ ਪਾ ਕੇ, ਨਾਲੇ ਬਾਣੀ ਪੜ੍ਹਦੀ ਹੈ। ਅੱਜ ਬੀਬੀ ਅਮਰੋ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਸਿਮਰਨ ਅਭਿਆਸ ਕਰਕੇ ਜਦ ਦਹੀਂ ਰਿੜਕਣ ਲੱਗੀ ਨਾ, ਆਸਾ ਜੀ ਦੀ ਵਾਰ ਦਾ ਪਾਠ ਸ਼ੁਰੂ ਕਰ ਲਿਆ। ਇੱਕ ਸਰੋਤਾ ਗੁਰੂ ਅਮਰਦਾਸ ਮਹਾਰਾਜ ਵਰਗਾ ਅਧਿਕਾਰੀ ਸਰੋਤਾ, ਦੂਜੀ ਬਾਣੀ ਗੁਰੂ ਦੀ, ਤੀਜਾ ਧੀ ਗੁਰੂ ਦੀ, ਚੌਥਾ ਅੰਮ੍ਰਿਤ ਵੇਲਾ। ਇੰਨੇ ਪ੍ਰੇਮ ਨਾਲ ਪੜ੍ਹਦੀ ਹੈ ਨਾ ਬੀਬੀ ਅਮਰੋ ਬਾਣੀ। ਸੋ ਸਾਧ ਸੰਗਤ ਜੀ, ਬਾਣੀ ਵਿੱਚ ਇੰਨੀ ਤਸੀਰ ਹੈ, ਜਿਹੜੇ ਜ਼ਹਿਰੀਲੇ ਨੇ ਜਾਨਵਰ, ਸੱਪ, ਇਹਨਾਂ 'ਤੇ ਵੀ ਅਸਰ ਹੁੰਦਾ ਉਹਦਾ। ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਪਟਿਆਲੇ। ਬਲਵੇੜੇ ਵਾਲੇ ਸੰਤ ਬਾਬਾ ਭਗਵਾਨ ਸਿੰਘ ਜੀ, ਉਹ ਵੀ ਕੋਲ ਬੈਠੇ ਨੇ। ਫਨੀਅਰ ਸੱਪ ਮਹਾਰਾਜ ਦੇ ਥੱਲੇ ਬੈਠਾ ਰਿਹਾ।
ਕੁਦਰਤੀ ਪਾਠੀ ਸਿੰਘ ਦਾ ਹੱਥ ਨਹੀਂ ਲੱਗਿਆ ਕਿਤੇ। ਬੈਠਾ ਰਿਹਾ, ਕੀਰਤਨ ਸੁਣਦਾ ਰਿਹਾ। ਜਦ ਸਮਾਪਤੀ ਹੋ ਗਈ, ਸੰਗਤ ਉੱਠ ਕੇ ਚਲੀ ਗਈ। ਇੱਕ ਪਾਸੇ ਮਹਾਰਾਜ ਦੇ ਥੱਲਿਓਂ ਨਿਕਲ ਕੇ ਤੁਰ ਪਿਆ। ਅਸੀਂ ਸੰਤ ਬਾਬਾ ਭਗਵਾਨ ਸਾਨੂੰ ਇਸ਼ਾਰਾ ਕੀਤਾ ਵੀ ਕਹਿੰਦੇ ਜਾਣ ਦਿਓ, ਕਿਤੇ ਵਿਚਾਰਾ ਦੁਖੀ ਹੋਇਆ ਬਾਣੀ ਸੁਣਨ ਆਇਆ, ਪਤਾ ਨਹੀਂ ਸਾਡੇ 'ਤੇ ਕਿਉਂ ਨਹੀਂ ਅਸਰ ਹੁੰਦਾ। ਪਸ਼ੂ ਪ੍ਰੇਤ ਮੁਗਤ ਕੋ ਉਤਾਰੈ, ਪਾਹਨ ਪਾਰ ਉਤਾਰੇ। ਮਹਾਰਾਜ ਕਹਿੰਦੇ ਪ੍ਰੇਤਾਂ 'ਤੇ, ਪੱਥਰਾਂ 'ਤੇ, ਪਸ਼ੂਆਂ 'ਤੇ ਅਸਰ ਕਰਦੀ ਹੈ ਬਾਣੀ। ਸਾਡਾ ਪਤਾ ਨਹੀਂ ਉਦੋਂ ਵੀ ਕੜਾ ਹੋ ਗਿਆ ਮਨ। ਗੁਰੂ ਅਮਰਦਾਸ ਮਹਾਰਾਜ ਦੇ ਕੰਨ 'ਚ ਆਵਾਜ਼ ਪਈ ਬਾਣੀ ਦੀ, ਸੁਣ ਕੇ ਵਿਚਾਰ ਕਰਦੇ ਨੇ ਨਾਲ। ਜਿਹੜੀਆਂ ਗੱਲਾਂ ਦੁਰਗਾ ਦਾਸ ਕਹਿੰਦਾ ਸੀ ਉਹੀ ਬਾਣੀ 'ਚ ਕਹੀਆਂ ਜਾ ਰਹੀਆਂ ਨੇ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਦੋਂ ਪੈ ਫਟਾਲਾ ਜਿਹਾ ਹੋਣ ਲੱਗ ਗਿਆ ਨਾ, ਜਾਨਵਰ ਬੋਲਣ ਲੱਗ ਗਏ, ਗੁਰੂ ਅਮਰਦਾਸ ਮਹਾਰਾਜ ਥੱਲੇ ਉਤਰ ਆਏ। ਰਸੋਈ ਦੇ ਕੋਲ ਖੜ ਗਏ ਹਨੇਰੇ 'ਚ। ਬੀਬੀ ਅਮਰੋ ਦੁੱਧ ਰਿੜਕਦੀ, ਬਾਣੀ ਪੜ੍ਹਦੀ, ਗੁਰੂ ਅਮਰਦਾਸ ਮਹਾਰਾਜ ਸੁਣਦੇ ਨੇ। ਕਈ ਦਿਨ ਲੰਘ ਗਏ ਇਸ ਤਰ੍ਹਾਂ। ਸ਼ਰੀਕਾਂ ਨੇ ਗੱਲਾਂ ਬਣਾਈਆਂ, ਲੋਕਾਂ ਨੇ। ਉਮਰ ਕਿਹੜੀ ਹੈ? ਬੀਬਾ ਦਾੜਾ 60 ਸਾਲ ਦੀ, ਨੂੰਹ ਦੁੱਧ ਰਿੜਕਦੀ ਤੇ ਹਨੇਰੇ 'ਚ ਕੰਧ ਕੋਲ ਖੜੇ ਹੁੰਦੇ ਨੇ। ਇਹ ਉਮਰ ਕੋਈ ਕੰਧਾਂ ਕੋਲ ਖੜਨ ਦੀ ਰਾਤ ਨੂੰ? ਦੁਨੀਆ ਨਾ ਇਹ ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਹ ਜਿਹੜੀ ਜ਼ਬਾਨ ਨਾਲ ਰੱਬ ਕਹਿੰਦੇ ਨਾ, ਉਸੇ ਜ਼ਬਾਨ ਨਾਲ ਫਿਰ ਠੱਗ ਕਹਿੰਦੇ ਨੇ। ਦੁਨੀਆ ਨਾ ਇਹ ਦਾਤਰੀ ਇੱਕ ਪਾਸੇ ਨੇ ਵੱਢਦੀ ਹੈ, ਦੋਵੇਂ ਪਾਸੇ ਚੱਲੀ ਜਾਂਦੇ ਨੇ ਕੰਮ, ਦੋਵਾਂ ਪਾਸੇ ਹੀ। ਗੱਲਾਂ ਹੀ ਨਹੀਂ ਕੀਤੀਆਂ ਮਨਸਾ ਦੇਵੀ ਇਹਨਾਂ ਦੇ ਘਰੋਂ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ। ਸਮਝਾਓ ਉਹਨਾਂ ਨੂੰ, ਹਨੇਰੇ 'ਚ ਕੀ ਖੜੇ ਕਰ ਦਿੰਦੇ ਨੇ ਕੰਧ ਦੇ ਕੋਲ। ਮਾਤਾ ਮਨਸਾ ਦੇਵੀ ਕਹਿੰਦੇ ਜਦੋਂ ਅਮਰੋ ਦੁੱਧ ਰਿੜਕਦੀ ਹੈ, ਤੁਸੀਂ ਕੰਧ ਕੋਲ ਕਿਉਂ ਖੜੇ ਹੁੰਦੇ ਹੋ ਹਨੇਰੇ 'ਚ? ਗੱਲਾਂ ਬਣਾਉਂਦੇ ਨੇ ਸ਼ਰੀਕ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੀਆਂ ਬਣਾਉਣੀਆਂ ਉਹਨਾਂ ਨੇ ਬਣਾ ਲੈਣ। ਜਦੋਂ ਅਮਰੋ ਬਾਣੀ ਪੜ੍ਹਦੀ ਹੈ ਨਾ ਅੰਮ੍ਰਿਤ ਵੇਲੇ, ਜਿਹੜਾ ਆਨੰਦ ਮੈਨੂੰ ਆਉਂਦਾ ਉਹ ਮੈਂ ਹੀ ਜਾਣਦਾ। ਇੱਕ ਦਿਨ ਕਿਤੇ ਚਲੀ ਗਈ ਬੀਬੀ ਅਮਰੋ, ਉਸ ਦਿਨ ਆਨੰਦ ਨਹੀਂ ਮਿਲਿਆ। ਜਦੋਂ ਆਏ ਧੀਏ ਬੀਬੀ ਅਮਰੋ, ਇਹ ਕਿਹਦੀ ਬਾਣੀ ਪੜ੍ਹਦੀ ਹੁੰਦੀ ਹੈ ਤੂੰ ਅੰਮ੍ਰਿਤ ਵੇਲੇ? ਪਿਤਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ। ਕਿੱਥੇ ਨੇ ਗੁਰੂ ਨਾਨਕ? ਉਹ ਤਾਂ ਪਿਤਾ ਜੀ ਸੱਚਖੰਡ ਚਲੇ ਗਏ ਨੇ। ਖੜੇ ਸੀ ਗੁਰੂ ਅਮਰਦਾਸ ਮਹਾਰਾਜ, ਸਪਾਲ ਪਿਛਾਂ ਨੂੰ ਗਿਰ ਗਏ। ਵੀ ਆਸ ਬਣੀ ਸੀ, ਸੱਚਖੰਡ ਚਲੇ ਗਏ। ਹੋਸ਼ ਵਿੱਚ ਆਏ, ਜਲ ਛਕਾਇਆ। ਪਿਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਥਾਂ ਤੇ ਮੇਰੇ ਗੁਰੂ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸਭਾਏ ਮਨ ਖੰਡੂਰ ਸਾਹਿਬ ਭਲਾ ਕਰਦੇ। ਦੇਖੋ ਸਹੁਰੇ ਲੱਗਦੇ ਨੇ ਤੇ ਨੂੰਹ ਹੈ ਬੀਬੀ ਅਮਰੋ। ਇਹ ਨਹੀਂ ਹੈ ਕਿ ਨੂੰਹਾਂ ਸਾਰੀਆਂ ਮਨਮੁਖੀ ਹੁੰਦੀਆਂ ਨੇ ਜਾਂ ਸਿਆਣੀਆਂ ਨਹੀਂ ਹੁੰਦੀਆਂ। ਕਈ ਨੂੰਹਾਂ ਵੀ ਘਰ ਦਾ ਭਲਾ ਕਰ ਦਿੰਦੀਆਂ ਨੇ, ਕਈ ਧੀਆਂ ਵੀ ਭਲਾ ਕਰ ਦਿੰਦੀਆਂ ਨੇ, ਕਈ ਮਾਵਾਂ ਵੀ ਕਰ ਦਿੰਦੀਆਂ ਨੇ। ਹੁਣ ਨੂੰਹ ਲੱਗਦੀ ਆ, ਹੱਥ ਗਲ 'ਚ ਪੱਲਾ ਪਾ ਲਿਆ ਨੂੰਹ ਦੇ ਅੱਗੇ, ਹੱਥ ਜੋੜ ਲਏ, ਧੀਏ ਬੀਬੀ ਅਮਰੋ ਮੈਨੂੰ ਖੰਡੂਰ ਸਾਹਿਬ ਲੈ ਕੇ ਚੱਲ, ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ, ਮੇਰਾ ਜਨਮ ਬਿਰਥਾ ਜਾ ਰਿਹਾ। ਬੀਬੀ ਅਮਰੋ ਕਹਿੰਦੀ ਗੁਰੂ ਪਿਤਾ ਮੈਂ ਜਾ ਨਹੀਂ ਸਕਦੀ ਖੰਡੂਰ ਸਾਹਿਬ, ਮੈਨੂੰ ਹੁਕਮ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਜਿੰਨਾ ਚਿਰ ਤੈਨੂੰ ਬੁਲਾਈਏ ਨਾ ਧੀਏ ਉਹਨਾਂ ਚਿਰ ਨਹੀਂ ਆਉਣਾ। ਜਿਹੜੀਆਂ ਧੀਆਂ ਮਾਤਾ ਪਿਤਾ ਦੀ ਆਗਿਆ 'ਚ ਰਹਿੰਦੀਆਂ ਨੇ ਉਹੀ ਸੁਖੀ ਰਹਿੰਦੀਆਂ ਨੇ।
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਖਿਮਾ ਅਸੀਂ ਮੰਗ ਲਾਂਗੇ ਉਹਨਾਂ ਤੋਂ। ਬੱਗੀ ਤਿਆਰ ਕੀਤੀ ਆ, ਬੀਬੀ ਅਮਰੋ ਬੱਗੀ 'ਚ ਬੈਠ ਗਈ, ਗੁਰੂ ਅਮਰਦਾਸ ਪੈਦਲ ਤੁਰ ਪਏ। ਹੁਣ ਆਗਿਆ ਤੋਂ ਬਿਨਾਂ ਆਈ ਸੀ ਨਾ, ਸਿਆਣੀ ਸੀ ਧੀ। ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੀ ਪਿਤਾ ਜੀ ਇੱਥੇ ਤੁਸੀਂ ਬਾਹਰ ਖੜੋ। ਵੀ ਪਿਤਾ ਨੇ ਗੁੱਸੇ ਤਾਂ ਹੋਣਾ, ਝਿੜਕਣਾ। ਚਲੋ ਇਹਨਾਂ ਦੇ ਸਾਹਮਣੇ ਤਾਂ ਨਾ ਝਿੜਕਣਗੇ, ਤੁਸੀਂ ਇੱਥੇ ਖੜੋ ਬਾਹਰ, ਮੈਂ ਤੁਹਾਨੂੰ ਆ ਕੇ ਫਿਰ ਲੈ ਕੇ ਜਾਨੀ ਹਾਂ। ਬੀਬੀ ਅਮਰੋ ਨੇ ਜਾ ਕੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ, ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਅਮਰੋ ਜੇ ਲੈ ਆਈ ਹੈ ਤਾਂ ਬਾਹਰ ਕਾਹਤੋਂ ਖੜਾ ਕੇ ਆਈ ਹੈ? ਹੁਣ ਉਹਨਾਂ ਨੂੰ ਬਿਨਾਂ ਬੋਲਿਆਂ ਜਾਣਨ ਵਾਲੇ ਸਤਿਗੁਰੂ, ਜਾ ਲੈ ਕੇ ਆ ਉਹਨਾਂ ਨੂੰ। ਬੀਬੀ ਅਮਰੋ ਲੈ ਕੇ ਆਈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖੇਸ ਉੱਤੇ 2 ਚਾਂਦੀ ਦੇ ਰੁਪਈਏ ਰੱਖੇ, ਬਾਹਾਂ 'ਤੇ ਰੱਖ ਕੇ ਗੁਰੂ ਅਮਰਦਾਸ ਮਹਾਰਾਜ ਵਾਲੇ ਕੀਤੇ। ਕੁੜਮ ਸੀ ਨਾ, ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਕੁੜਮ ਲੱਗਦੇ। ਮਿਲਣੀ ਹੋਣ ਲੱਗੀ, ਮਿਲਣੀ ਆ, ਮਿਲਣੀਆਂ ਤਾਂ ਹੁਣ ਵੀ ਹੁੰਦੀਆਂ ਨੇ, ਕੀ ਪਤਾ ਮੁੜ ਕੇ ਫਤਿਹ ਬੁਲਾ ਦੇਣੇ ਵੀ ਜਾਓ ਆਪਣੇ ਘਰ। ਮਿਲਣੀ ਤੋਂ ਕਈ ਬਰਾਤਾਂ ਮਿਲਣੀ ਵੇਲੇ ਮੁੜ ਜਾਂਦੀਆਂ ਪਈਆਂ, ਕਿਉਂਕਿ ਮੂੰਹ ਜ਼ਿਆਦਾ ਅੱਡ ਲੈਂਦੇ ਨੇ। ਉਹ ਕਹਿੰਦੇ ਆਪਣੇ ਘਰ ਰਾਜੀ ਰਹੋ ਜਾ ਕੇ। ਕਈ ਮੁੜੀਆਂ ਨੇ ਇਸ ਤਰ੍ਹਾਂ ਸਾਧ ਸੰਗਤ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਚਰਨਾਂ 'ਤੇ ਸਿਰ ਰੱਖ ਕਹਿਣ ਲੱਗੇ ਸੱਚਿਆ ਪਾਤਸ਼ਾਹ ਮੈਂ ਕੁੜਮ ਬਣ ਕੇ ਤੁਹਾਡੇ ਦਰ 'ਤੇ ਨਹੀਂ ਆਇਆ, ਮੈਂ ਤਾਂ ਤੁਹਾਡੇ ਚਰਨਾਂ ਦੀ ਸ਼ਰਨ ਲੈਣ ਵਾਸਤੇ ਆਇਆ। ਕਿਰਪਾ ਕਰੋ ਮੈਨੂੰ ਸਿੱਖੀ ਦੀ ਨਾਮ ਦੀ ਦਾਤ ਬਖਸ਼ੋ। ਮੇਰਾ ਬਚਪਨ ਜਵਾਨੀ ਗਿਆ, ਬੁਢੇਪਾ ਆ ਗਿਆ, ਪਤਾ ਨਹੀਂ ਕਦੋਂ ਕੂਚ ਕਰ ਜਾਣਾ ਦੁਨੀਆ ਤੋਂ। ਚਰਨਾਂ ਦਾ ਅੰਮ੍ਰਿਤ ਦਿੱਤਾ, ਨਾਮ ਦੀ ਦਾਤ ਬਖਸ਼ੀ। ਫਿਰ ਸੇਵਾ ਕਰਨ ਲੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ। ਕੁੜਮਾਂ ਦੇ ਘਰ ਹੁਣ ਝਾੜੂ ਮਾਰਦੇ ਨੇ, ਬਰਤਨ ਮਾਂਜਦੇ ਨੇ ਜੂਠੇ, ਲੰਗਰ 'ਚ ਵਰਤਾਉਂਦੇ ਨੇ। ਪਾਣੀ ਖਡੂਰ ਸਾਹਿਬ ਬੜਾ ਸੀ, ਪਰ ਪ੍ਰੇਮ ਦੀਆਂ ਖੇਡਾਂ ਨਿਆਰੀਆਂ। ਇੱਕ ਗਾਗਰ ਭਰ ਕੇ ਬਿਆਸਾ ਦਰਿਆ ਤੋਂ ਪਾਣੀ ਦੀ ਲੈ ਕੇ ਆਉਂਦੇ ਨੇ। 4 ਕੋਹ ਦੂਰ ਹੈ, 12 ਕਿਲੋਮੀਟਰ। 72 ਸਾਲ ਦੀ ਉਮਰ ਤੱਕ ਇਹ ਗਾਗਰ ਲੈ ਕੇ ਆਉਂਦੇ ਰਹੇ। ਅਤੇ ਉਹ ਗਾਗਰ ਜਿਹਨੂੰ ਆਪਾਂ ਖਾਲੀ ਨੂੰ ਨਹੀਂ ਚੱਕ ਸਕਦੇ, ਐਡੀ ਭਾਰੀ ਅਤੇ ਐਡੀ ਵੱਡੀ ਗਾਗਰ, ਜਿਹੜੀ 4 ਕੋਹ ਤੋਂ ਲੈ ਕੇ ਆਉਂਦੇ ਰਹੇ ਗੁਰੂ ਅਮਰਦਾਸ ਮਹਾਰਾਜ। ਕਿੰਨਾ ਚਿਰ? 12 ਸਾਲ, ਜਿਹਦੇ ਵਿੱਚ ਸਿਆਲ ਆਏ, ਗਰਮੀ ਆਏ, ਝੱਖੜ ਝੋਲੇ, ਸਾਉਣ ਭਾਦਰੋਂ ਆਇਆ, ਇੱਕ ਰਸ। ਜੇ ਜਾਣਾ ਨਾ ਸਹਿਜ ਅਵਸਥਾ 'ਚ ਤਾਂ ਫਿਰ ਬਿਨਾਂ ਨਾਗੇ ਅੰਮ੍ਰਿਤ ਵੇਲੇ ਉੱਠਣਾ, ਬਿਨਾਂ ਨਾਗੇ ਨਿਤਨੇਮ ਕਰਨਾ, ਬਿਨਾਂ ਨਾਗ ਸੇਵਾ ਦਰਸ਼ਨ ਕਰਨੇ, ਫਿਰ ਜਾ ਕੇ ਉਸ ਅਵਸਥਾ 'ਚ ਪਹੁੰਚਿਆ। ਇਹ ਨਹੀਂ ਕਦੇ ਕਰ ਲਿਆ, ਕਦੇ ਹੋ ਗਿਆ, ਕਦੇ ਨਾ ਹੋਇਆ, ਕਦੇ ਭੱਜ ਲਿਆ, ਕਦੇ ਬਹਿ ਗਿਆ, ਫਿਰ ਨਹੀਂ। ਇੱਥੇ ਮਨ ਦੀ ਮਰਜ਼ੀ ਚੱਲ ਰਹੀ ਹੈ ਨਾ, ਉੱਥੇ ਇਹ ਤਾਂ ਛੱਡਣੀ ਪਏਗੀ। ਇੰਨੀ ਭਾਵਨਾ, ਇੰਨੀ ਸ਼ਰਧਾ। ਕੁੜਮ ਨਹੀਂ ਸਮਝਦੇ ਕਿ ਮੈਂ ਕੁੜਮਾਂ ਦੇ ਘਰ ਪਾਣੀ, ਕੁੜਮਾਂ ਦੇ ਘਰ ਪਾਣੀ ਕੌਣ ਢਾਉਂਦਾ ਹੁੰਦਾ? ਪਿਆਸੇ ਮਰ ਜਾਣਗੇ, ਮੰਜੀ ਤੋਂ ਉੱਠ ਕੇ ਪਾਣੀ ਦਾ ਗਲਾਸ ਨਹੀਂ ਪੀਂਦੇ। ਮਾਣ ਤਾਣ ਨਹੀਂ ਨਾ ਹੋ ਰਿਹਾ ਕੁੜਮਾਂ ਦੇ ਘਰ ਹੁੰਦਾ। ਦੱਸ ਰੱਬ ਤੋਂ ਉਤਰਿਆ ਹੋਇਆ ਮਾਣ ਤਾਣ? ਉੱਠ ਕੇ ਪਾਣੀ ਪੀ ਲਾ ਵੀ ਮਰੀ ਜਾਂਦਾ ਪਿਆਸਾ। ਹੰਕਾਰ ਹੈ ਨਾ ਅੰਦਰ, ਵੀ ਮੈਂ ਜੇ ਪਾਣੀ ਪੀ ਲਿਆ ਪਤਾ ਨਹੀਂ ਮੇਰੇ ਗਲੋਂ ਕੈਂਠਾ ਲੈ ਜਾਏਗਾ। ਇਹ ਹੰਕਾਰ ਹੀ ਹੈ, ਹੋਰ ਕੁਛ ਨਹੀਂ ਹੈ। ਗੁਰਮੁਖ ਦੇ ਅੰਦਰ ਨਹੀਂ ਹੁੰਦਾ, ਉਹ ਆਪਣਾ ਘਰ ਸਮਝਦਾ। ਜਿਹਨੇ ਧੀ ਦਿੱਤੀ ਉਹਦਾ ਮਾਣ ਆਪ ਕਰਨਾ ਚਾਹੀਦਾ, ਉਹਨਾਂ ਤੋਂ ਮਾਣ ਕਰਾਉਂਦੇ ਨੇ ਸਗੋਂ। ਇੰਨੀ ਭਾਵਨਾ ਅੰਦਰ, ਇੰਨੀ ਸ਼ਰਧਾ ਹੈ ਕਿ ਜਦੋਂ ਖਡੂਰ ਸਾਹਿਬ ਤੋਂ ਗਾਗਰ ਲੈ ਕੇ ਤੁਰਦੇ ਨੇ, 2 ਕੋਹ ਪੁੱਠੀ ਪੈਰੀ ਤੁਰੀ ਜਾਂਦੇ, 6 ਕਿਲੋਮੀਟਰ ਤੱਕ। ਮੇਰੇ ਗੁਰੂ ਵੱਲ ਮੇਰੀ ਕੰਡ ਨਾ ਹੋ ਜਾਏ। ਆਹ ਤਾਂ ਤੁਸੀਂ ਸੰਗਤ ਕਰਦੇ ਹੋ, ਮਹਾਰਾਜ ਦਾ ਸਰੂਪ ਜਾਣ ਤੱਕ ਤੁਸੀਂ ਸਤਿਕਾਰ ਨਾਲ ਖੜ੍ਹੇ ਹੁੰਦੇ ਹੋ, ਤੁਹਾਡਾ ਧੰਨਵਾਦ ਹੈ। ਆਹ ਭੋਗਾਂ 'ਤੇ ਕੀ ਹੁੰਦਾ ਹੈ? ਤੁਸੀਂ ਜਾਂਦੇ ਹੋ ਨਾ ਮਰਗ ਦੇ ਭੋਗਾਂ 'ਤੇ,
ਮਹਾਰਾਜ ਦਾ ਸਰੂਪ ਰਹਿ ਜਾਂਦਾ, ਬਾਬਾ ਗ੍ਰੰਥੀ ਜੀ ਰਹਿ ਜਾਂਦੇ ਨੇ, ਬਾਕੀ ਸਾਹਮਣੇ ਜਾ ਕੇ ਚਾਹਾਂ ਪੀਣ ਲੱਗ ਜਾਂਦੇ ਨੇ ਮਹਾਰਾਜ ਦੇ ਸਾਹਮਣੇ। ਇਹ ਵੀ ਨਹੀਂ ਚਲੋ 2 ਮਿੰਟ ਹੁਣ ਦੇਗ ਵਰਦੀ ਮਹਾਰਾਜ ਦੇ ਸਰੂਪ ਜਾਣਗੇ ਫਿਰ ਚੱਲਾਂਗੇ, ਸਭ ਛੱਡ ਕੇ ਕਹਿੰਦੇ ਬੇਅਦਬੀ ਹੁੰਦੀ ਹੈ। ਉਹ ਬੇਅਦਬੀਆਂ ਤਾਂ ਆਪਾਂ ਰੋਜ਼ ਥਾਵਾਂ 'ਤੇ ਦੇਖ ਰਹੇ ਹਾਂ ਮਹਾਰਾਜ ਦੀ। ਪੰਡਾਲ ਖਾਲੀ ਹੋ ਜਾਂਦਾ ਹੈ, ਆਪ ਜਾ ਕੇ ਸਾਹਮਣੇ ਫੜ ਕੇ ਕੌਫੀ ਪੀਣ ਲੱਗੇ ਹੁੰਦੇ ਨੇ ਕੱਪ। ਇੰਨਾ ਵੀ ਭੈ ਨਹੀਂ ਕਿ ਮਹਾਰਾਜ ਜਾਣਗੇ ਫਿਰ ਆਪਾਂ ਚੱਲਾਂਗੇ। 2 ਕੋ ਪੁੱਠੀ ਪੈਰੀ ਜਾ ਕੇ ਉੱਥੇ ਗਾਗਰ ਰੱਖ ਕੇ ਅਰਦਾਸ ਕਰਕੇ ਫਿਰ ਤੁਰਦੇ। ਉੱਥੇ ਦਮਦਮਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਅਤੇ 12 ਸਾਲ ਸੇਵਾ ਕੀਤੀ। ਜੋੜੇ ਝਾੜਦੇ ਨੇ, ਕਦੇ ਝਾੜੂ ਮਾਰਦੇ ਨੇ, ਕਦੇ ਜਲ ਢੋਂਦੇ ਨੇ, ਕਦੇ ਭਾਂਡੇ ਮਾਂਜਦੇ, ਕਿਤੇ ਦਿਨ ਰਾਤ ਇੱਕ ਕਰਿਆ ਹੋਇਆ। ਪਰਚਾ ਪਿਆ ਪਾਸ ਹੋਏ। ਉਹ ਜਲਾਈ ਨੇ ਆਖਿਆ ਅਮਰੂ ਨੂੰ ਥਾਵਾਂ ਕੁੜਮਾਂ ਦੇ ਘਰ ਦਿਨ ਰਾਤ ਪਾਣੀ ਢੋਂਦਾ, ਟਿਕਦਾ ਨਹੀਂ ਟੁੱਕਰ ਵਾਸਤੇ। ਇਹ ਮਨ 'ਤੇ ਚੋਟ ਕੀਤੀ ਉਹਨੇ ਜਲਾਹੀ ਨੇ। ਸਰੀਰ ਸਾਨੂੰ ਤਾਂ ਪੂਰਾ ਗੁਰੂ ਲੱਦਾ ਹੈ, ਅਸੀਂ ਕਿਉਂ ਨਥਾਵੇਂ, ਸਾਨੂੰ ਤਾਂ ਦੋਹਾਂ ਜਹਾਨਾਂ 'ਚ ਥਾਂ ਹੈ। ਕਮਲੀਏ ਅਸੀਂ ਕਿਉਂ ਨਥਾਵੇਂ ਹਾਂ। ਇੰਨੀ ਕਮਾਈ ਹੋ ਚੁੱਕੀ ਸੀ। ਕਮਲੀ ਕਹਿਣ ਦੀ ਦੇਰ ਹੈ, ਜਲਾਹੀ ਉਸੇ ਵੇਲੇ ਕਮਲੀ ਹੋ ਗਈ, ਕੱਪੜੇ ਪਾੜ ਕੇ ਰੋਈਆਂ ਨੂੰ ਦੌੜ ਗਈ। ਆ ਕੇ ਇਸ਼ਨਾਨ ਕਰਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ। ਇਸ਼ਨਾਨ ਕਰਕੇ ਆਪਣੇ ਸਵੈ ਸਰੂਪ 'ਚ ਮਗਨ ਹੋ ਗਏ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਦਿਨ ਚੜ੍ਹੇ, ਜਲਾਹਾ ਜਲਾਈ ਨੂੰ ਫੜ ਕੇ ਲਿਆਇਆ, ਰੌਲਾ ਪਾ ਰਹੀ ਉੱਚੀ, ਕੱਪੜੇ ਪਾੜੇ ਹੋਏ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਕੀ ਹੋਇਆ ਭਾਈ ਇਹਨੂੰ। ਜਲਾਹਾ ਕਹਿੰਦਾ ਮਹਾਰਾਜ ਤੁਹਾਡਾ ਸੇਵਕ ਗਾਗਰ ਲੈ ਕੇ ਆ ਰਹੀ ਸੀ, ਖੁੱਡੀ 'ਚ ਪੈਰ ਪੈ ਗਿਆ, ਡਿੱਗਦੇ ਬਚ ਗਏ, ਜਲ ਨਹੀਂ ਡੁੱਲਣ ਦਿੱਤਾ, ਖੜਕਾ ਹੋਇਆ। ਮੈਂ ਪੁੱਛਿਆ ਇਹਨੂੰ ਵੀ ਕੀ ਬਾਹਰ ਚੋਰ ਫਿਰਦਾ ਕੋਈ। ਇਹ ਕਹਿੰਦੀ ਅਮਰੂ ਨੂੰ ਥਾਵਾਂ ਹੈ ਟੁੱਕਰ ਵਾਸਤੇ, ਕੁੜਮਾਂ ਦੇ ਘਰ ਟਿਕਦਾ ਨਹੀਂ ਦਿਨ ਰਾਤ। ਮਹਾਰਾਜ ਤੁਹਾਡੇ ਸੇਵਕ ਦੇ ਮੂੰਹ 'ਚੋਂ ਬਚਨ ਨਿਕਲਿਆ, ਕਮਲੀਏ ਸਾਨੂੰ ਤਾਂ ਪੂਰਾ ਗੁਰੂ ਲੱਭਾ ਹੈ, ਅਸੀਂ ਕਿਉਂ ਨਥਾਵੇਂ ਹਾਂ। ਉਦੋਂ ਹੀ ਮਹਾਰਾਜ ਕਮਲੀ ਹੋ ਗਈ। ਗੁਰੂ ਅੰਗਦ ਦੇਵ ਜੀ ਪੁੱਛਦੇ ਹੈ ਗੁਰੂ ਅਮਰਦਾਸ ਮਾਰਨ, ਪੁਰਖਾ ਤੈਨੂੰ ਜਲਾਈ ਇਸ ਤਰ੍ਹਾਂ ਕਹਿੰਦੀ ਸੀ। ਜੇ ਆਪਣੇ ਵਰਗਾ ਹੁੰਦਾ ਫਿਰ ਕਥਾ ਬਣਾ ਲੈਣੀ ਸੀ ਨਾ ਪੂਰੀ। ਮਹਾਰਾਜ ਤਾਂ ਰੋਜ਼ ਹੀ ਮੈਨੂੰ ਤਾਂ ਵੀ ਮੈਂ ਹੀ ਸੇਵਾ ਕਰੇ, ਇੱਥੇ ਹੋਰ ਕਿਹਨੇ ਕਰਨੀ ਸੇਵਾ। ਬਸ ਆਹੀ ਕੱਢਣੀ ਜਿਹੜੀ ਮੈਂ ਵਾਲੀ ਬਿਮਾਰੀ ਹੈ ਵੀ ਮੇਰੇ ਤੋਂ ਤਾਂ ਬੜੇ ਵੱਡੇ ਵੱਡੇ ਅੱਗੇ ਸੇਵਾਦਾਰ ਨੇ, ਮੈਂ ਕਿਹੜੀ ਗਿਣਤੀ ਮੈਨੂੰ ਤੇ 1 ਤੋਂ 1 ਚੜ੍ਹੰਦੀ ਆ, ਕੌਣ ਜਾਣਾ ਮੇਰਾ ਨਾਮ ਜੀ। ਹੱਥ ਜੋੜ ਕੇ ਨੀਵੀਂ ਪਾ ਲਈ ਗੁਰੂ ਅਮਰਦਾਸ ਮਹਾਰਾਜ ਨੇ। ਉਹਦੇ ਸਿਰ 'ਤੇ ਹੱਥ ਰੱਖ ਕੇ ਨਾਲੇ ਉਹ ਜਲਾਈ 'ਤੇ ਕਿਰਪਾ ਕਰਤੀ। ਗੁਰੂ ਅੰਗਦ ਦੇਵ ਜੀ ਕਹਿੰਦੇ ਗੁਰੂ ਅਮਰਦਾਸ ਨਿਮਾਣਿਆਂ ਦਾ ਮਾਨ, ਨਿਤਾਣਿਆਂ ਦਾ ਤਾਨ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ, ਨਿਆਸਰਿਆਂ ਦਾ ਆਸਰਾ 12 ਵਾਰ ਦਿੱਤੇ। ਗੁਰਤਾ ਗੱਦੀ ਬਖਸ਼ੀ। ਸੇਵਾ ਸਾਧ ਸੰਗਤ ਜੀ ਆਪਣਾ ਗਵਾ ਕੇ ਕੌਣ ਕੁੜਮਾਂ ਦੇ ਘਰ ਪਾਣੀ ਢੋਂਦਾ ਹੁੰਦਾ, ਕੌਣ ਦੁਨੀਆ ਦੇ ਤਾਹਣੇ ਮਿਹਣੇ ਸੁਣਦਾ। ਆਪ ਗਵਾਏ ਸੇਵਾ ਕਰੇ। ਤੈਨੂੰ ਚੰਗਾ ਕਹੀ ਜਾ ਭਾਵੇਂ ਕੋਈ ਮਾੜਾ ਕਹੀ ਜਾ, ਤੂੰ ਗੁਰੂ ਦੀ ਸੇਵਾ ਕਰੇ। ਜੇ ਤੈਨੂੰ ਕੋਈ ਚੰਗਾ ਕਹਿੰਦਾ ਤਾਂ ਤੇਰੇ ਗੁਰੂ ਦੀ ਵਡਿਆਈ ਹੋ ਰਹੀ ਹੈ, ਜੇ ਤੈਨੂੰ ਕੋਈ ਮਾੜਾ ਕਹਿੰਦਾ ਤਾਂ ਤੇਰੇ ਗੁਰੂ ਦਾ ਨਰਾਦਰ ਹੈ। ਤੂੰ ਆਪਣੀ ਸੇਵਾ ਨਾ ਛੱਡ। ਫਿਰ ਸੇਵਕ ਦਰਗਹਿ ਸੁਰਖਰੂ, ਬੇਮੁਖ ਮੂੰਹ ਕਾਲਾ। ਫਿਰ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ। ਸੋ ਸਾਧ ਸੰਗਤ ਜੀ ਸੇਵਾ ਗੁਰੂ ਨਾਨਕ ਦੇ ਘਰ 'ਚ ਏਡਾ ਵੱਡਾ ਇੱਕ ਤਪ ਹੈ। ਸੇਵਾ ਕਰ ਲਵੇ, ਆਪਣਾ ਆਪ ਗਵਾ ਕੇ ਛੱਡ ਕੇ ਆਪਣਾ ਹੰਕਾਰ, ਬਸ ਕੁਛ ਕਰਨਾ ਬਾਕੀ ਨਹੀਂ। ਗੁਰੂ 'ਚ ਭੇਦ ਹੋ ਜਾਂਦਾ ਹੈ ਸਿੱਖ। ਇਹ ਵਿਚਾਰ ਆਪਾਂ ਪਿਛਲੇ ਦੀਵਾਨਾਂ ਤੋਂ ਕੱਲ੍ਹ ਨੂੰ ਵੀ ਇਹੀ ਰੱਖਾਂਗੇ। 5 ਦੀਵਾਨ ਮਿਲੇ ਸੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਆਪੋ ਆਪਣੇ ਨਾਂ ਲਿਖਾ ਦਿਓ ਇੱਥੇ ਪ੍ਰਬੰਧਕਾਂ ਕੋਲ। ਨਗੁਰੇ ਨਹੀਂ ਰਹਿਣਾ ਚਾਹੀਦਾ, ਗੁਰੂ ਵਾਲੇ ਬਣ ਜਾਓ। ਝੂਠਾ ਸਰੀਰ ਹੈ,
ਇਹਨੇ ਪਤਾ ਨਹੀਂ ਕਦੋਂ ਆਪਾਂ ਨੂੰ ਧੋਖਾ ਦੇ ਜਾਣਾ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨਿਹਚਲ ਲੋਕ। ਆ 5 ਮਿੰਟ ਹੋਰ ਬਹਿ ਜਾਓ, ਬਸ ਸਮਾਪਤੀ ਹੋਣ ਲੱਗੀ ਆ। ਹੁਣ ਮੋਹਰ ਲੱਗਣੀ ਹੈ ਹੁਕਮਨਾਮਾ ਸਾਹਿਬ ਤੋਂ ਬਾਅਦ। ਅਤੇ ਜਿਹੜੇ ਫਾਰਮ 'ਤੇ ਮੋਹਰ ਨਾ ਲੱਗੇ, ਸਭ ਕੁਛ ਲਿਖਿਆ ਹੁੰਦਾ ਉਹਦੇ ਉੱਤੇ ਉਂਝ। ਨਾਲੇ ਹੁਣੀ ਸੁਣਿਆ ਵੀ ਮਹਾਰਾਜ ਦੇ ਜਾਣ ਤੋਂ ਬਾਅਦ ਜਾਣਾ ਬਸ। ਕਈ ਵਾਰੀ ਇੱਕ ਮਜਬੂਰੀ ਹੁੰਦੀ ਹੈ ਬਜ਼ੁਰਗਾਂ ਨੂੰ ਕਿਰਿਆ ਦੀ, ਉਹਨਾਂ ਨੂੰ ਦੋਸ਼ ਵੀ ਨਹੀਂ ਹੁੰਦਾ ਕੋਈ ਸਾਧ ਸੰਗਤ ਦੀ। ਪਰ ਜਿੰਨੇ ਤੁਸੀਂ ਮਾਈ ਭਾਈ ਬੈਠੇ ਹੋ ਨਾ, ਖਾਸ ਕਰਕੇ ਅੰਮ੍ਰਿਤਧਾਰੀ, ਤੁਸੀਂ ਤਾਂ ਇਹ ਗੰਢ ਦੇ ਲੈਣੀ ਵੀ ਜਿੱਥੇ ਵੀ ਜਾਣਾ ਹੈ, ਚਲੋ ਕੋਈ ਮਜਬੂਰੀ ਹੋਵੇ ਤਾਂ ਗੁਰੂ ਵੀ ਜਾਣਦਾ ਸਾਧ ਸੰਗਤ ਜੀ। ਕਈ ਵਾਰੀ ਸਾਨੂੰ ਵੀ ਅਰਦਾਸ ਵੇਲੇ ਜਾਣਾ ਪੈ ਜਾਂਦਾ, ਅੱਗੇ ਟਾਈਮ ਪੈ ਸੀ ਸੰਗਤ ਤੋਂ ਮਾਫੀ ਪਹਿਲਾਂ ਹੀ ਮੰਗ ਲੈਂਦੇ ਹੁੰਦੇ ਹਾਂ। ਪਰ ਇਹ ਆਪਾਂ ਨੂੰ ਗੱਲ ਧਨ ਹੈ ਧਨ ਹੈ ਧਨ ਹੈ ਗੁਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰ ਤੇਗ ਬਹਾਦਰ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ।
ਧਨ ਹੈ, ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।